बाल साहब गुड मॉर्निंग। गुड मॉर्निंग सर, की हाल चाल जो? ठीक ठाक जी? सुनाओ किदा ठीक ठाक हो? ठीक है, अज मैं पग पुग बन ली, मैं चल अज स्मार्ट है तो अच्छा। मैं कहते अफसर ना अज ने लाया, ठीक दिखन दिया सारा कुछ, वेखियो भला। हाँ बिल्कुल सही है। मतलब स्टैंड के ऊपर मैं पहली बार ला रहा मैं लेक्चर। अगली स्लाइड करके देखो। ठीक है जी, ठीक है जी, बढ़िया। ठीक है जी, 52 नंबर आ गई। चलो जी ठीक, करो जी एंट्री बंदे की, फिर 5 मिनट तक शुरू कर देनी जी, है ना? ठीक है जी। हाँ जी बाल साहब कर लिए शुरू जी? हाँ जी, हाँ जी, ठीक है सर, करो जी प्लीज। सत श्री अकाल साਰਿਆਂ ਨੂੰ जी। आवाज मेरी आ रही जी? परमजीत सर आवाज ठीक है? आ रही। ਅੱਜ ਆਪਾਂ ਫਿਰ ਜੋ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਜੋ ਕੋਵਿਡ-19 ਦੇ ਵਿੱਚ ਬੱਚਿਆਂ ਦੀ ਟ੍ਰੇਨਿੰਗ ਜਿਹੜੀ ਸਫਲ ਨਾ ਹੋਵੇ, ਸੋ ਨਿੰਮੀ ਪੰਜਾਬੀ ਚੈਨਲ ਤੇ ਆਪਾਂ ਅੱਜ ਫਿਰ ਇੱਕ ਕਲਾਸ ਲੈਣ ਲਈ ਹਾਜ਼ਰ ਹਾਂ। ਸੋ ਮੈਂ ਸਭ ਤੋਂ ਪਹਿਲਾਂ ਟ੍ਰੇਨਿੰਗ ਅਫਸਰ, ਸਾਡੇ ਨਾਲ ਸੀਨੀਅਰ ਇੰਸਟ੍ਰਕਟਰਸ
ਤੇ ਸਿਖਿਆਰਥੀ ਇਹਨਾਂ ਦਾ ਆਪਣੇ ਨਾਲ ਜੁੜਨ ਤੇ ਸਵਾਗਤ ਕਰਦਾ ਵਾਂ। ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਿਸ਼ਨ ਫਤਿਹ ਦਾ ਜਿਹੜਾ ਨਾਰਾ ਵਾ, ਕਿਉਂਕਿ ਆਪਾਂ ਪੰਜਾਬ ਸਰਕਾਰ ਦਾ ਜੋ ਮਿਸ਼ਨ ਫਤਿਹ ਆ ਉਹਨੂੰ ਫਤਿਹ ਕਰਨਾ ਵਾ। ਸੋ ਤੁਸੀਂ ਪਹਿਲੀ ਸਲਾਈਡ ਦੇਖ ਰਹੇ ਆ, ਕਰੋਨਾ ਵਾਇਰਸ ਦੇ ਨਾਲ ਆਪਾਂ ਜੰਗ ਜਿਹੜੀ ਆ ਉਹਨੂੰ ਜਿੱਤਣਾ ਵਾ। ਸੋ ਨੰਬਰ 1 ਤੇ ਕਿਸੇ ਨਾਲ ਹੱਥ ਨਾ ਮਿਲਾਓ, ਦੂਰ ਤੋਂ ਨਮਸਕਾਰ ਸਤਿਕਾਰ ਸਤਿ ਸ੍ਰੀ ਅਕਾਲ ਬੁਲਾਉਣੀ ਆ। ਭੀੜ ਭਾੜ ਵਾਲੇ ਇਲਾਕਿਆਂ ਵਿੱਚ ਇਕੱਠ ਆਦਿ ਵਿੱਚ ਸ਼ਾਮਲ ਨਾ ਹੋਵੋ। ਥੋੜੀ ਦੇਰ ਬਾਅਦ ਆਪਣੇ ਹੱਥ ਸਾਬਣ ਚੰਗੀ ਨਾਲ ਧੋਂਦੇ ਰਹੋ। ਸਿਰਫ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਬਾਜ਼ਾਰ ਜਾਓ ਤੇ ਮੂੰਹ ਤੇ ਮਾਸਕ ਜ਼ਰੂਰ ਲਗਾਓ। ਤੇ 5ਵਾਂ ਨੰਬਰ, ਛੋਟੇ ਬੱਚੇ ਤੇ ਬਜ਼ੁਰਗ ਜਿਹੜੇ ਆ ਇਹਨਾਂ ਨੂੰ ਮਤਲਬ ਜਲਦੀ ਜਿਹੜਾ ਵਾ ਅਫੈਕਟ ਹੁੰਦੇ ਆ। ਸੋ ਇਹਨਾਂ ਨੂੰ ਘਰੋਂ ਬਾਹਰ ਬਿਲਕੁਲ ਨਿਕਲ ਦਿਓ, ਮਤਲਬ ਜੇ ਕੋਈ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈਗਾ ਤਾਂ। ਸੋ ਅੱਜ ਦਾ ਜਿਹੜਾ ਸਾਡਾ ਟਾਸਕ ਹੈਗਾ ਵਾ, ਸੋ ਅੱਜ ਦਾ ਜਿਹੜਾ ਟੌਪਿਕ ਆ ਉਹ ਬੜਾ ਹੀ ਸਾਡੇ ਕੋਲ ਇੰਪੋਰਟੈਂਟ ਆ। ਤੇ ਜਿਹੜਾ ਕਿ ਸਿਵਲ ਇੰਜੀਨੀਅਰਿੰਗ ਦੀ ਜਿੱਦਾਂ ਆਪਾਂ ਸਰਵੇ ਜਿਹੜਾ ਵਾ, ਸਰਵੇ ਨੂੰ ਆਪਾਂ ਸਿਵਲ ਇੰਜੀਨੀਅਰਿੰਗ ਦੀ ਰੀੜ ਦੀ ਹੱਡੀ ਕਹਿੰਦੇ ਆ। ਜੇ ਹੁਣ ਬੰਦੇ ਦੀ ਰੀੜ ਦੀ ਹੱਡੀ ਨਾ ਹੋਵੇ ਤੇ ਉਹ ਬੰਦਾ ਚੱਲ ਨਹੀਂ ਸਕਦਾ, ਕਿਉਂਕਿ ਸਿਵਲ ਇੰਜੀਨੀਅਰਿੰਗ ਦੀ ਸਪਾਈਨਲ ਕੋਡ ਜਿਹੜੀ ਆ ਸਰਵੇ ਆ। ਸੋ ਆਪਾਂ ਅੱਜ ਗੱਲ ਕਰਦੇ ਆ, ਪਿੱਛੇ ਤੁਸੀਂ ਹੁਣ ਆਹ ਸਲਾਈਡ ਦੇਖ ਰਹੇ ਆ, ਪਿੱਛੇ ਆਪਾਂ ਚੇਨ ਸਰਵੇ ਦੀ ਗੱਲ ਕੀਤੀ ਆ, ਫਿਰ ਆਪਾਂ ਕੰਪਾਸ ਸਰਵੇ ਦੀ ਗੱਲ ਕੀਤੀ ਸੀਗੀ। ਸੋ ਅੱਜ ਆਪਾਂ ਗੱਲ ਕਰਦੇ ਪਏ ਆ ਪਲੇਨ ਟੇਬਲ ਸਰਵੇ। ਸੋ ਸਾਡਾ ਪਲੇਨ ਟੇਬਲ ਸਰਵੇ ਜਿਹੜਾ ਵਾ ਇਹਨੂੰ ਪਲੇਨ ਟੇਬਲਿੰਗ ਵੀ ਕਹਿੰਦੇ ਆ। ਸੋ ਪਲੇਨ ਟੇਬਲ ਸਰਵੇ ਦੇ ਵਿੱਚ ਕੀ ਹੈਗਾ ਵਾ, ਸੋ ਪਲੇਨ ਟੇਬਲ ਸਰਵੇ ਨੂੰ ਆਪਾਂ ਕੀ ਡਿਫਾਈਨ ਕਰਦੇ ਹਾਂ। ਮਤਲਬ ਪਲੇਨ ਟੇਬਲ ਸਰਵੇ ਇਜ਼ ਗ੍ਰਾਫਿਕਲ ਮੈਥਡ ਆਫ ਸਰਵੇ ਇਨ ਵਿਚ ਦਾ ਫੀਲਡ ਆਬਜ਼ਰਵੇਸ਼ਨ ਐਂਡ ਪਲਾਟਿੰਗ ਆਰ ਡਨ ਸਾਈਮਲਟੇਨੀਅਸਲੀ। ਮਤਲਬ ਪਲੇਨ ਟੇਬਲ ਸਰਵੇ ਜਿਹੜਾ ਵਾ ਇਹ ਗ੍ਰਾਫਿਕਲ ਮੈਥਡ ਹੈਗਾ, ਕਿ ਮੀਨਸ ਜੋ ਅਸੀਂ ਫੀਲਡ ਵਿੱਚ ਕੰਮ ਕਰਦੇ ਆ ਤੇ ਆਪਾਂ ਮਤਲਬ ਆਪਣਾ ਜੋ ਫੀਲਡ ਵਾਲਾ ਕੰਮ ਆ ਨਾਲੋਂ ਨਾਲ ਅਸੀਂ ਡਰਾਇੰਗ ਕਰਦੇ। ਮਤਲਬ ਜਿਹੜਾ ਅਸੀਂ ਚੇਨ ਸਰਵੇ ਦੇ ਵਿੱਚ ਜਾਂ ਕੰਪਾਸ ਸਰਵੇ ਵਿੱਚ ਪਹਿਲਾਂ ਫੀਲਡ 'ਚ ਨੋਟਸ ਲੈਂਦੇ ਹੁੰਦੇ ਸੀ, ਪਰ ਹੁਣ ਕੀ ਇਹਦੇ ਵਿੱਚ ਕੀ ਆ ਕਿ ਨਾਲ ਹੀ ਆਪਾਂ ਫੀਲਡ ਦਾ ਕੰਮ ਕਰਦੇ ਆ, ਨਾਲ ਹੀ ਆਪਾਂ ਪਲਾਟਿੰਗ ਦਾ ਕੰਮ ਕਰਦੇ ਆ। So it is simple and cheaper than theodolite survey. It is most suitable for small scale map. ਮਤਲਬ ਇਹ ਸਿੰਪਲ ਵੀ ਆ, ਸਸਤਾ ਵੀ ਆ theodolite ਸਰਵੇ ਤੋਂ ਛੋਟੇ ਜਿਹੜੇ ਮੈਪਸ ਨੇ, ਛੋਟੇ ਜਿਹੜੇ ਕੰਮ ਨੇ ਉਹਦੇ ਵਿੱਚ ਆਪਾਂ ਇਹਨੂੰ ਬਹੁਤ ਯੂਜ਼ ਕਰਦੇ ਆ। ਸੋ ਮੈਂ ਇੱਕ ਗੱਲ ਦੱਸਣੀ ਚਾਹਾਂਗਾ, ਕਿਉਂਕਿ ਜਦੋਂ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਤੇ ਮੈਂ ਜੌਬ ਤੇ ਗਿਆ ਤੇ ਮੈਨੂੰ ਨਾ ਕੁਐਸਚਨ ਪੁੱਛਿਆ ਆਰਕੋਲੋਜੀਕਲ ਸਰਵੇ ਡਿਪਾਰਟਮੈਂਟ ਆਫ ਇੰਡੀਆ ਦੀ ਇੰਟਰਵਿਊ ਸੀਗੀ। ਉੱਥੇ ਪੁੱਛਿਆ ਵੀ ਪਲੇਨ ਟੇਬਲ ਸਰਵੇ, ਹੁਣ ਤੁਹਾਡੇ ਘਰ ਵਿੱਚ ਟੇਬਲ ਆ ਉਹ ਵੀ ਤੇ ਪਲੇਨ ਹੀ ਹੁੰਦਾ ਨਾ ਉੱਤੋਂ, ਪਰ ਇਹਨੂੰ ਪਲੇਨ ਟੇਬਲ ਸਰਵੇ ਕਿਉਂ ਕਿਹਾ ਜਾਂਦਾ? ਸੋ ਬੰਦਾ ਸਿੱਖਦਾ ਵਾ, ਉਸ ਸਮੇਂ ਹੋ ਸਕਦਾ ਮੈਨੂੰ ਜਾਣਕਾਰੀ ਨਾ ਹੋਵੇ। ਸੋ ਮੈਂ ਇੱਕ ਦਿਨ ਮਤਲਬ ਸਾਡੇ ਸਰਕਾਰਯੋਗ ਜਿਹੜੇ ਰਿਸਪੈਕਟਡ ਸਰਵੇ ਦੇ ਮਾਸਟਰ ਆ ਸਰ ਨਾਸਰ ਅਲੀ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਵੀ ਮਤਲਬ ਕਿਉਂਕਿ ਹਰ ਬੰਦਾ ਸਿੱਖਦਾ ਵਾ ਤੇ ਸਿੱਖਣ ਦੀ ਕੋਈ ਉਮਰ ਨਹੀਂ ਆ ਤੇ ਸਿੱਖਣ ਦੀ ਲਾਲਸਾ ਹੋਣੀ ਚਾਹੀਦੀ ਆ। ਸੋ ਮੇਰੇ ਗੱਲ ਵਿੱਚ ਉਹਨਾਂ ਦੀ ਗੱਲ ਜਿਹੜੀ ਕਿ ਪਲੇਨ ਟੇਬਲ ਸਰਵੇ ਮਤਲਬ ਆਪਣੇ ਘਰ ਜਿਹੜਾ ਟੇਬਲ ਆ ਉਹ ਵੀ ਤੇ ਉੱਪਰੋਂ ਪੱਧਰਾ ਹੀ ਆ, ਪਰ ਇਹਨੂੰ ਪਲੇਨ ਟੇਬਲ ਕਿਉਂ ਕਿਹਾ? ਕਿਉਂਕਿ ਜਿਹੜੇ ਸਾਡੇ ਘਰ ਟੇਬਲ ਉੱਪਰੋਂ ਪਲੇਨ ਆ, ਪਰ ਧਰਤੀ ਦੀ ਸਤ੍ਹਾ ਜੇ ਥੱਲਿਓਂ ਇਨਕਲਾਈਨਡ ਹੋਊਗੀ ਜਿੱਦਾਂ ਉਹਦੀ ਸਤ੍ਹਾ, ਤੇ ਉਹਦੇ ਵਾਂਗੂ ਉੱਪਰਲੀ ਸਤ੍ਹਾ ਜਿਹੜੀ ਇਨਕਲਾਈਨਡ ਰਹੂਗੀ। ਪਰ ਇਹ ਜਿਹੜਾ ਪਲੇਨ ਟੇਬਲ ਆ ਇਹਨੂੰ ਆਪਾਂ ਮਤਲਬ ਇਹਦੀ ਟ੍ਰਾਈਪੋਡ ਤੇ ਜਦੋਂ ਲਾਉਂਦੇ ਆ ਇਹਦੀ ਐਡਜਸਟਮੈਂਟ ਏਦਾਂ ਦੀ ਆਪਾਂ ਲੈਵਲਿੰਗ ਕਰਕੇ ਕਰਦੇ ਆ ਵੀ ਬਿਲਕੁਲ ਇਹ ਹੌਰੀਜੈਂਟਲ ਹੋ ਜਾਂਦਾ, ਪਲੇਨ ਹੋ ਜਾਂਦਾ। ਸੋ ਇਸ ਕਰਕੇ ਇਹਦਾ ਨਾਮ ਪਲੇਨ ਟੇਬਲ। ਸੋ ਪਲੇਨ ਟੇਬਲ a plan is drawn by the surveyor in the field while the area to be surveyed is before his eyes. ਮਤਲਬ ਪਲੇਨ ਜਿਹੜਾ ਕੋਈ ਵੀ ਨਕਸ਼ਾ ਤਿਆਰ ਹੋਣਾ, ਪਲਾਨ ਸਰਵੇਅਰ ਨੇ ਫੀਲਡ ਵਿੱਚ ਕਰਨਾ ਤੇ ਉਹਦੀ ਅੱਖਾਂ ਦੇ ਸਾਹਮਣੇ ਹੀ ਹੋਊਗਾ। ਸੋ ਇਹਦੇ ਵਿੱਚ ਗਲਤੀ ਦੀ ਜਿਹੜੀ ਗੁੰਜਾਇਸ਼ ਆ ਬਹੁਤ ਘੱਟ ਜਾਂਦੀ ਹੈ। ਜਿੱਦਾਂ ਚੇਨ ਸਰਵੇ ਕਰਦੇ ਸੀ ਤੇ ਜਿਹੜਾ ਚੇਨਿੰਗ ਕਰਦੇ ਪਏ ਆ ਉਹ ਮਤਲਬ ਉਹਨੇ ਕਿਹਾ ਵੀ ਯਾਰ ਆਹ ਜਿਹੜਾ ਪੁਆਇੰਟ ਸੀ ਨਾ ਯਾਰ ਉਹ ਤੇ ਤੁਸੀਂ ਮਿਲਿਆ ਹੀ ਨਹੀਂ। ਇਹਦਾ ਮਤਲਬ ਜੋ ਤੁਸੀਂ ਵੇਖ ਰਹੇ ਆ ਉਹਨੂੰ ਤੁਸੀਂ ਉਹਦੇ ਨਾਲ ਬਿਲਕੁਲ ਫੈਮਿਲਰ ਆ ਤੇ ਇਟ ਮੀਨਸ ਇਹਦੇ ਵਿੱਚ ਜਿਹੜੀ ਨੈਸੈਸਰੀ ਮੇਜਰਮੈਂਟ ਆ ਉਹਦੀ ਮਤਲਬ ਗਲਤੀ ਦੀ ਗੁੰਜਾਇਸ਼ ਜਿਹੜੀ ਉਹ ਨਹੀਂ ਰਹਿੰਦੀ। ਮਤਲਬ ਆਪਾਂ ਸਾਰੀਆਂ ਮੇਜਰਮੈਂਟ ਜਿਹੜੀ ਲੋੜ ਆ ਉਹ ਲੈ ਕੇ ਡਰਾ ਕਰ ਲੈਂਦੇ ਆ। ਸੋ ਇਟ ਇਜ਼ ਵੈਰੀ ਯੂਜ਼ਫੁਲ। ਲੋ ਜੀ ਅੱਗੇ ਆ ਗਿਆ equipments and accessory of plane tabling. Following instruments are used in plane table.
ਹੁਣ ਇਕਵਿਪਮੈਂਟਸ ਦਾ ਮਤਲਬ ਹੁੰਦਾ ਸੰਦ, ਜਿੱਦਾਂ ਮਤਲਬ ਟਰੈਕਟਰ ਆ, ਟਰੈਕਟਰ ਦੇ ਨਾਲ ਟਰਾਲੀ ਆ, ਹੱਲਾਂ ਵਾ, ਤੋ ਮਤਲਬ ਜਿੱਦਾਂ ਖੇਤੀਬਾੜੀ ਦੇ ਸੰਦ ਆ। ਸੋ ਪਲੇਨ ਟੇਬਲ ਦੇ ਵਿੱਚ ਕਿਹੜੇ ਕਿਹੜੇ ਇਕਵਿਪਮੈਂਟਸ ਨੇ? ਪਲੇਨ ਟੇਬਲ ਆ, ਟਰਾਈਪੋਡ ਆ, ਐਲੀਡੈਡ ਆ। ਆਪਾਂ ਤਿੰਨਾਂ ਦੀ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਇਕਵਿਪਮੈਂਟਸ ਇਹਨਾਂ ਨੂੰ ਮਿਲ ਕੇ ਤੇ ਇਹ ਪਲੇਨ ਟੇਬਲ ਬਣਿਆ। ਸੋ ਆਪਾਂ ਗੱਲ ਕਰਦੇ ਆ ਇਕਵਿਪਮੈਂਟਸ ਐਂਡ ਐਕਸੈਸਰੀ ਦੀ, ਤੇ ਐਕਸੈਸਰੀ ਵੀ ਹੁੰਦੀ ਆ। ਜਿੱਦਾਂ ਆਪਾਂ ਕੋਈ ਮੋਟਰਸਾਈਕਲ ਏਜੰਸੀ ਚੋਂ ਕਢਾਉਂਦੇ ਆ ਤਾਂ ਅਸੀਂ ਕਹਿੰਦੇ ਯਾਰ ਆ ਜਿਹੜੀ ਐਕਸੈਸਰੀ ਆ, ਜਿੱਦਾਂ ਮਤਲਬ ਸ਼ੀਸ਼ਾ ਜਿਹੜਾ ਹੁੰਦਾ, ਸਾਈਡਿੰਗ ਮਿਰਰ ਆ ਜਾਂ ਸੀਟ ਕਵਰ ਆ, ਅਸੀਂ ਕਹਿੰਦੇ ਯਾਰ ਏਜੰਸੀ 'ਚ ਮਹਿੰਗਾ, ਅਸੀਂ ਬਾਹਰੋਂ ਪਾ ਲਾਂਗੇ। ਇਟ ਮੀਨਸ ਐਕਸੈਸਰੀ ਕੀ ਆ? ਜਿਹੜੀ ਨਾਲ ਚੀਜ਼ ਮਤਲਬ ਜਿਹੜੀ ਐਕਸਟਰਾ, ਜਿੱਦਾਂ ਟਰਫ ਕੰਪਾਸ ਆ, ਸਪਿਰਿਟ ਲੈਵਲ ਆ, ਜੂ ਫੋਰਕ ਆ, ਪਲੰਬ ਬੌਬ, ਜੂ ਫੋਰਕ ਵਿਦ ਪਲੰਬ ਬੌਬ, ਵਾਟਰਪ੍ਰੂਫ ਕਵਰਡ, ਤੇ ਡਰਾਇੰਗ ਪੇਪਰ, ਪਿੰਸ ਤੇ ਡਰਾਇੰਗ ਐਕਸੈਸਰੀ। ਹੁਣ ਡਰਾਇੰਗ ਐਕਸੈਸਰੀ ਵਿੱਚ ਨਵਾਂ ਸ਼ਬਦ ਦੇ ਦਿੱਤਾ। ਇਟ ਮੀਨਸ ਜਦੋਂ ਡਰਾਇੰਗ ਕਰਨੀ ਆ ਉਹਦੇ ਵਾਸਤੇ ਪੈਨਸਲ ਚਾਹੀਦੀ ਆ, ਉਹਦੇ ਵਾਸਤੇ ਰੇਜਰ ਚਾਹੀਦਾ, ਉਹਦੇ ਵਾਸਤੇ ਸ਼ਾਰਪਨਰ ਚਾਹੀਦਾ। ਇਹ ਮਤਲਬ ਡਰਾਇੰਗ ਦੀਆਂ ਜਿਹੜੀਆਂ ਐਕਸੈਸਰੀਜ਼ ਹੈਗੀਆਂ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਕਵਿਪਮੈਂਟਸ ਦੀ। ਸੋ ਸਾਡਾ ਪਹਿਲਾ ਜਿਹੜਾ ਇਕਵਿਪਮੈਂਟ ਆ ਹੋ ਗਿਆ ਪਲੇਨ ਟੇਬਲ। ਸੋ ਪਲੇਨ ਟੇਬਲ ਕੀ ਚੀਜ਼ ਹੈਗੀ? ਪਲੇਨ ਟੇਬਲ ਮਤਲਬ ਜਿੱਦਾਂ ਤੁਸੀਂ ਇੰਜੀਨੀਅਰਿੰਗ ਡਰਾਇੰਗ ਪੜ੍ਹਦੇ ਆ ਤੇ ਡਰਾਇੰਗ ਬੋਰਡ ਹੁੰਦਾ, ਡਰਾਇੰਗ ਤੇ ਆਪਾਂ ਸ਼ੀਟਾਂ ਲਾਉਂਦੇ ਆ, ਤੇ ਡਰਾਇੰਗ ਬੋਰਡ ਔਰ ਪਲੇਨ ਟੇਬਲ ਇਜ਼ ਮੇਡ ਆਫ ਵੈਲ ਸੀਜ਼ਨਡ ਵੁੱਡ ਵਿਦ ਇਟਸ ਅਪਰ ਸਰਫੇਸ ਐਗਜ਼ੈਕਟਲੀ ਪਲੇਨ ਹੋਣਾ ਚਾਹੀਦਾ। ਮਤਲਬ ਜਿਹੜੀ ਲੱਕੜ ਆ ਵੈਲ ਸੀਜ਼ਨ ਦਾ ਮਤਲਬ ਹੁੰਦਾ ਵੀ ਅੱਛੀ ਤਰ੍ਹਾਂ ਸੁੱਕੀ ਹੋਈ, ਉਹਦੇ ਵਿੱਚ ਮਾਇਸਚਰ ਕੰਟੈਂਟ ਨਹੀਂ ਹੋਣਾ ਚਾਹੀਦਾ, ਤਾਂ ਜੋ ਜਦੋਂ ਜੇ ਆਪਾਂ ਟੇਬਲ ਬਣਾ ਲਿਆ, ਜੇ ਬੋਰਡ ਬਣਾ ਲਿਆ, ਤੇ ਜੇ ਗਿੱਲੀ ਹੋਊਗੀ ਸੁੱਕਣ ਤੋਂ ਬਾਅਦ ਉਹ ਲੱਕੜ ਦੀ ਰੈਪ ਕਰ ਜੂਗੀ, ਮੁੜ ਜੂਗੀ, ਭੌਂ ਜੂਗੀ। ਸੋ ਇਸ ਕਰਕੇ ਉਹ ਸਾਡਾ ਟੇਬਲ ਜਿਹੜਾ ਵਾ ਉਹ ਪਲੇਨ ਟੇਬਲ ਡਿਸਟਰਬ ਹੋ ਜਾਊਗਾ। ਸੋ ਇਹਦਾ ਸਾਈਜ਼ ਜਿਹੜਾ ਵਾ ਨਾਰਮਲੀ ਆਪਾਂ ਲੈਂਦੇ ਆ 75 ਸੈਂਟੀਮੀਟਰ ਬਾਈ 7 ਸੈਂਟੀਮੀਟਰ, ਰੈਕਟੈਂਗੂਲਰ ਸ਼ੇਪ ਚ ਹੁੰਦਾ ਵਾ। ਇਟ ਇਜ਼ ਮਾਊਂਟਡ ਔਨ ਦਾ ਟ੍ਰਾਈਪੋਡ ਸਟੈਂਡ ਤੇ ਆਪਾਂ ਨੂੰ ਲਾਉਂਦੇ ਆ, ਐਂਡ ਕਲੈਂਪਸ ਆਰ ਪ੍ਰੋਵਾਈਡਡ ਟੂ ਫਿਕਸ ਐਨੀ ਡਾਇਰੈਕਸ਼ਨ। ਮਤਲਬ ਇਹਨੂੰ ਆਪਾਂ ਥੱਲੇ ਕਲੈਂਪ ਲੱਗਾ ਹੁੰਦਾ ਜੋ ਟ੍ਰਾਈਪੋਡ ਸਟੈਂਡ ਦੇ ਨਾਲ ਕੱਸਿਆ ਜਾਂਦਾ, ਤੇ ਪਲੇਨ ਦਾ ਟੇਬਲ ਰਿਵੋਲਵ ਅਬਾਊਟ ਇਟਸ ਵਰਟੀਕਲ ਐਕਸਿਸ। ਤੇ ਜਿਹੜਾ ਟੇਬਲ ਆ ਮੀਨਸ ਜਿਹੜਾ ਡਰਾਇੰਗ ਬੋਰਡ ਜਦੋਂ ਆਪਾਂ ਸਟੈਂਡ ਤੇ ਰੱਖਤਾ, ਇਟ ਮੀਨਸ ਉਹ ਫਿਰ ਸਾਡਾ ਪਲੇਨ ਟੇਬਲ ਬਣ ਗਿਆ, ਤੇ ਉਹ ਵਰਟੀਕਲ ਐਕਸਿਸ ਦੇ ਆਲੇ ਦੁਆਲੇ ਘੁੰਮੂਗਾ। ਹੁਣ ਵਰਟੀਕਲ ਐਕਸਿਸ ਨੂੰ ਆਪਾਂ ਇਨ ਦੀ ਸੈਂਸ ਗੱਲ ਕਰਾਂਗੇ, ਜਿੱਦਾਂ ਆਪਾਂ ਮਤਲਬ ਭੰਬੀਰੀ ਘੁੰਮਦੀ ਵੇਖੀ ਹੋਊਗੀ, ਲਾਟੂ ਘੁੰਮਦਾ ਵੇਖਿਆ ਹੋਊਗਾ, ਤੇ ਲਾਟੂ ਜਦੋਂ ਘੁੰਮਦਾ ਵਾ ਜਾਂ ਤੁਸੀਂ ਆਪਣਾ ਕੜਾ ਲਾ ਕੇ ਘੁਮਾਓਗੇ ਤੇ ਉਹ ਇਦਾਂ ਘੁੰਮੂਗਾ ਆਪਣੇ ਵਰਟੀਕਲ ਐਕਸਿਸ। ਉਹ ਆਪਾਂ ਜਿੱਦਾਂ ਅਰਥ ਰਿਵੋਲਵ ਅਰਾਊਂਡ ਇਟਸ ਐਕਸਿਸ, ਧਰਤੀ ਵੀ ਆਪਣੀ ਧੁਰੀ ਦੁਆਲੇ ਘੁੰਮਦੀ ਹੈ, ਵਰਟੀਕਲ ਐਕਸਿਸ। ਠੀਕ ਹੈ। ਸੋ ਕੈਨ ਬੀ ਕਲੈਂਪ ਐਨੀ ਪੋਜੀਸ਼ਨ ਤੇ ਫਿਰ ਆਪਾਂ ਨੂੰ ਕਲੈਂਪ ਕਰ ਦਾਂਗੇ। ਸੋ ਇਸ ਤੋਂ ਬਾਅਦ ਆ ਪਲੇਨ ਟੇਬਲ ਦੇਖੋ, ਡਰਾਇੰਗ ਬੋਰਡ ਦੀ ਸ਼ਕਲ ਆ, ਤੁਸੀਂ ਇਦਾਂ ਦਾ ਡਰਾਇੰਗ ਬੋਰਡ ਦੇਖਿਆ ਹੋਗਾ, ਪਰ ਡਰਾਇੰਗ ਬੋਰਡ ਦੇ ਥੱਲੇ ਵੇਖੋ ਪੈਟਰਨਸ ਨੇ, ਬ੍ਰੇਸਸ ਨੇ ਲੱਗੇ, ਤੇ ਥੱਲੇ ਤੁਸੀਂ ਕਾਲੇ ਰੰਗ ਦਾ ਇਧਰਲੇ ਬੰਨੇ ਜਿੱਥੇ ITI ਲਿਖਿਆ ਵਾ ਉੱਥੇ ਤੁਸੀਂ ਇੱਕ ਕਲੈਂਪ ਨਜ਼ਰ ਤੁਹਾਨੂੰ ਆਉਂਦਾ ਹੋਊਗਾ, ਜਿਹਦੇ ਨੂੰ ਆਪਾਂ ਮਤਲਬ ਉਹਦੇ ਤੇ ਸਟੈਂਡ ਤੇ ਕੱਸ ਦਿੰਦੇ ਆ। ਆਹ ਦੇਖੋ ਜੀ, ਆਹ ਦੇਖੋ ਹੁਣ ਪਲੇਨ ਟੇਬਲ ਨੂੰ ਆਪਾਂ ਸਟੈਂਡ ਦੇ ਉੱਪਰ ਕੱਸਿਆ ਹੋਇਆ ਵਾ, ਤੇ ਇਸ ਤਰ੍ਹਾਂ ਮਤਲਬ ਇਹ ਜਦੋਂ ਸਟੈਂਡ ਦੇ ਉੱਪਰ ਡਰਾਇੰਗ ਬੋਰਡ ਆਪਾਂ ਕਲੈਂਪ ਕਰ ਦਿੱਤਾ, ਤੇ ਇਟ ਮੀਨਸ ਉਹਨੇ ਦੋਵੇਂ ਚੀਜ਼ਾਂ ਮਿਲ ਕੇ ਕੀ ਬਣ ਗਈਆਂ? ਪਲੇਨ ਟੇਬਲ। ਲੋ ਜੀ, ਟਰਾਈ ਮੈਨੇ 3 ਹੁੰਦਾ, ਪੌਡ ਹੁੰਦਾ ਪਾਵਾ, ਜਿੱਦਾਂ ਮੰਜੀ ਦੇ 4 ਪਾਵੇ ਹੁੰਦੇ ਆ, ਤੇ ਟਰਾਈ ਮੈਨੇ 3 ਹੁੰਦਾ। ਜਿੱਦਾਂ ਮਤਲਬ ਹੁਣ 15 ਅਗਸਤ ਆ ਰਿਹਾ ਤੇ ਬੜੇ ਤੁਸੀਂ ਧਾਰਮਿਕ ਗਾਣੇ ਸੁਣਨੇ ਆ ਵੀ ਵਿਜੇ ਵਿਸ਼ਵ ਤਿਰੰਗਾ ਪਿਆਰਾ, ਝੰਡਾ ਉੱਚਾ ਰਹੇ ਹਮਾਰਾ। ਜਿਹਨੂੰ ਪੁੱਛੋ ਨਿੱਕੇ ਜਿਹੇ ਬੱਚੇ ਨੂੰ, ਅੱਜ ਮੇਰਾ ਬੇਟਾ ਵੀ 4th ਕਲਾਸ ਪੜ੍ਹਦਾ, ਉਹਨੂੰ ਪੁੱਛੋ ਵੀ ਕਿਹੜਾ ਕਲਰ ਆ, ਕਹਿੰਦਾ ਜੀ ਮਤਲਬ ਆਵਰ ਫਲੈਗ ਇਜ ਟਰਾਈ ਕਲਰ। ਟਰਾਈ ਮੈਨੇ 3, ਇਹਦਾ ਮਤਲਬ ਜਿਹਦੀਆਂ 3 ਲੱਤਾਂ ਹੁੰਦੀਆਂ ਉਹਨੂੰ ਆਪਾਂ ਟਰਾਈ ਪੌਡ ਕਹਿੰਦੇ ਆ। ਇਹਦਾ ਮਤਲਬ 3 ਲੱਤਾਂ ਵਾਲਾ। The plane table is mounted on the tripod. The tripod is generally often frame, ਮਤਲਬ ਇੱਕ frame type ਹੁੰਦਾ ਵਾ, combined rigidly with lightness। ਮਤਲਬ rigidly ਉਹ ਮਤਲਬ ਵੱਜਾ ਹੁੰਦਾ ਵਾ ਤੇ ਲਾਈਟ weight ਚ ਹੁੰਦਾ। ਜਿੱਦਾਂ the tripod may be made of fold or convenience of transportation। ਮਤਲਬ ਟਰਾਈਪੋਡ ਨੂੰ ਆਪਾਂ ਫੋਲਡ ਕਰ ਸਕਾਂਗੇ ਤਾਂ ਜੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਦੋਂ ਉਹਨੂੰ ਲੈ ਕੇ ਜਾਣਾ ਵਾ ਤੇ ਸਾਡੇ ਵਾਸਤੇ ਕੋਈ ਪ੍ਰੋਬਲਮ ਨਾ ਹੋਵੇ। ਸੋ ਟਰਾਈਪੋਡ ਇਜ਼ ਪ੍ਰੋਵਾਈਡਡ ਵਿਦ 3 ਫੁੱਟ ਸਕਰੂ, ਵੀ ਕਈ ਟਰਾਈਪੋਡ ਸਟੈਂਡ ਤੇ ਲੱਗੇ ਹੁੰਦੇ ਨੇ, ਤੇ ਤਾਂ ਜੋ ਉਹਨੂੰ ਅੱਛੀ ਤਰ੍ਹਾਂ ਲੈਵਲਿੰਗ ਕੀਤਾ ਹੋਵੇ। ਤੇ ਕਈ ਇਹੋ ਜਿਹੇ ਸਟੈਂਡ ਨਵੇਂ ਆ ਰਹੇ ਆ ਜਿਹਦੇ ਉੱਪਰ ਬੱਬਲ ਲੱਗਾ ਹੁੰਦਾ, ਤੇ ਪਹਿਲੋਂ ਹੀ ਜਿਹੜਾ ਸਟੈਂਡ ਆ ਉਹਨੂੰ ਮਤਲਬ ਅਪਰੋਕਸੀਮੇਟਲੀ ਆਪਾਂ ਲੈਵਲ 'ਚ ਰੱਖ ਲੈਂਦੇ ਹਾਂ, ਫਿਰ ਲੈਵਲਿੰਗ ਕਰਨੀ ਸੌਖੀ ਹੋ ਜਾਂਦੀ ਹੈ। ਲਓ ਜੀ, ਆ ਤੁਸੀਂ ਫੋਟੋ ਵੇਖ ਰਹੇ ਆ ਟਰਾਈਪੋਡ ਸਟੈਂਡ ਦੀ।
ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਟ੍ਰਾਈਪੋਡ ਸਟੈਂਡ ਤੁਸੀਂ ਵੇਖ ਰਹੇ ਆ ਤੇ ਤੁਹਾਨੂੰ ਮੇਰੇ ਖਿਆਲ ਜਿਹੜਾ ਮੇਰਾ ਕਨਸੈਪਟ ਆ ਉਹ ਕਾਫੀ ਕੁਝ ਪਿਕਚਰ ਵੇਖ ਕੇ ਕਲੀਅਰ ਹੁੰਦਾ ਨਜ਼ਰ ਆਉਂਦਾ ਹੋਊਗਾ। ਲੋ ਜੀ ਅੱਗੇ ਆ ਗਿਆ ਐਲੀਡੈਡ। ਐਲੀਡੈਡ ਕੀ ਹੁੰਦੀ ਚੀਜ਼ ਆ? The LEDAD is useful establish a line of sight। मतलब LEDAD एक ਆਪਾਂ establishing ਇੱਕ ਰੂਲ ਹੀ ਹੁੰਦਾ ਵਾ, ਇੱਕ ਐਜ ਹੀ ਹੁੰਦਾ ਵਾ ਜਿਹਦੇ ਉੱਪਰ ਮਤਲਬ ਸਾਈਟ ਲੱਗੇ ਹੁੰਦੇ ਆ। ਇੱਕ ਸਾਈਟ ਪੇਨ ਹੁੰਦੀ ਆ, ਇੱਕ ਆਬਜੈਕਟ ਪੇਨ ਹੁੰਦੀ ਆ। ਟੂ ਟਾਈਪਸ ਆਫ LEDAD ਹੁੰਦੀਆਂ, ਸਿੰਪਲ LEDAD ਤੇ ਟੈਲੀਸਕੋਪਿਕ LEDAD। ਸੋ ਆਪਾਂ ਗੱਲ ਕਰਦੇ ਆ ਪਹਿਲਾਂ ਸਿੰਪਲ LEDAD ਦੀ। ਇਟ ਇਜ਼ ਯੂਜ਼ ਫॉर ਆਰਡੀਨਰੀ ਵਰਕ। ਜਦੋਂ ਆਪਾਂ ਆਰਡੀਨਰੀ ਕੰਮ ਕਰਨਾ ਉਹਦੇ ਵਾਸਤੇ ਯੂਜ਼ ਹੁੰਦਾ। ਇਟ ਇਜ਼ ਜਨਰਲੀ ਕੰਸਿਸਟ ਆਫ ਗਨ ਮੈਟਲ। ਮਤਲਬ ਗਨ ਮੈਟਲ ਦਾ ਬਣਿਆ ਹੁੰਦਾ, ਜਿੱਦਾਂ ਜਿਹਦੀ ਗਨ ਬਣੀ ਹੁੰਦੀ ਹੈ ਨਾ ਉਸ ਮੈਟਲ ਦੀ। ਔਰ ਵੁਡਨ ਰੂਲ ਜਾਂ ਲੱਕੜ ਦਾ ਜਿੱਦਾਂ ਫੁੱਟਾ ਟਾਈਪ ਹੁੰਦਾ ਵਿਦ ਟੂ ਵਰਟੀਕਲ ਵੇਨਸ ਹੁੰਦੀਆਂ ਦੋਵਾਂ ਐਂਡ ਦੇ ਉੱਪਰ। ਆਈ ਵੇਨ ਹੁੰਦੀ ਇੱਕ ਬੰਨੇ, ਇੱਕ ਆਈ ਵੇਨ ਪ੍ਰੋਵਾਈਡਡ ਵਿਦ ਅ ਨੈਰੋ ਸਲਿਟ। ਉਹਦੇ ਵਿੱਚ ਇੱਕ ਸਲਿਟ ਹੁੰਦੀ ਆ ਜਿਹਦੇ ਵਿੱਚ ਅੱਖ ਜੇ ਆਪਾਂ ਵੇਖਣਾ ਵਾ तो वो आई वेन वाइल द ऑब्जेक्ट वेन ਹੁੰਦੀ ਆ ਉਹਦੇ ਵਿੱਚ ਇੱਕ ਹੌਸੇਅਰ ਜਿੱਦਾਂ ਆਪਾਂ ਕੰਪਾਸ ਦੇ ਵਿੱਚ ਵੇਖਿਆ ਨਾ ਉਹਦੇ ਚ ਆਈ ਵੇਨ ਹੁੰਦੀ ਸੀਗੀ ਤੇ ਇੱਕ ਸਾਈਡ ਤੇ ਧਾਗਾ ਲੱਗਿਆ ਸੀ, ਇਸੇ ਤਰ੍ਹਾਂ ਹੀ ਹੁੰਦਾ ਪਰ ਇਹਦੇ ਵਿੱਚ ਪ੍ਰਿਜ਼ਮ ਕੋਈ ਨਹੀਂ ਹੁੰਦਾ। ਸੋ ਬੋਥ ਦਾ slit thus provide a definite line of sight can be made to the pass through। ਕਿ ਜੋ ਵੀ ਚੀਜ਼ ਆਪਾਂ ਆਬਜੈਕਟ ਵੇਖਣਾ ਵਾ ਉਹ ਉਹਦੇ ਵਿੱਚੋਂ ਸਾਈਟ ਹੁੰਦੀ ਆ ਤੇ ਆਪਾਂ ਉਹਨੂੰ ਦੇਖ ਸਕਦੇ ਹਾਂ ਤੇ ਉਹਨੂੰ ਫਿਰ ਆਪਾਂ ਰੇਂਜ ਕਰਕੇ ਉਹਨੂੰ ਫਿਰ ਰੇ ਲਾਵਾਂਗੇ। ਦੇਖੋ ਆਹ ਦੇਖੋ ਸਿੰਪਲ ਐਲੀਡੈਡ। ਸਿੰਪਲ ਐਲੀਡੈਡ ਦੀ ਫਿਗਰ ਤੁਸੀਂ ਵੇਖ ਰਹੇ ਆ ਦੋ ਤਰ੍ਹਾਂ ਦੀ। ਦੇਖੋ ਥੱਲੇ ਵਾਲੀ ਜਿਹੜੀ ਗਨ ਮੈਟਲ ਦੇ ਵਿੱਚ ਹੈਗੀ ਆ, ਠੀਕ ਹੈ ਨਾ। ਸੋ ਤੁਸੀਂ ਇੱਕ ਚੀਜ਼ ਇਹਦੇ ਚ ਵੇਖਦੇ ਹੋਗੇ ਵੀ ਇਹਦਾ ਇੱਕ ਕਿਨਾਰਾ ਜਿਹੜਾ ਵਾ ਨਾ ਥੋੜਾ ਜਿਹਾ ਤਿੱਖਾ ਕੀਤਾ ਵਾ। ਜਿੱਦਾਂ ਮਤਲਬ ਪਿੰਡਾਂ ਵਾਲੇ ਬੱਚੇ ਜਿਹੜੇ ਹੋਣਗੇ ਉਹ ਮੇਰੀ ਗੱਲ ਸਮਝਣਗੇ ਵੀ ਇੱਕ ਟੋਕਾ ਮਸ਼ੀਨ ਹੁੰਦੀ ਆ ਜਿਹਦੇ ਨਾਲ ਪੱਠੇ ਕੁਤਰੇ ਜਾਂਦੇ ਆ। ਪਹਿਲਾਂ ਲੋਕੀ ਬੜੀਆਂ ਮਿਹਨਤਾਂ ਕਰਦੇ ਹੁੰਦੇ ਸੀ ਆਪ ਪੱਠੇ ਕੁਤਰਨੇ, ਅੱਜ ਕੱਲ ਸਾਰਾ ਰੈਡੀਮੇਡ ਹੋ ਗਿਆ। ਸੋ ਉਹਨਾਂ ਨਾਲ ਛੁਰੀਆਂ ਹੁੰਦੀਆਂ ਨੇ, ਉਹਨਾਂ ਛੁਰੀਆਂ ਨੂੰ ਲੁਹਾਰ ਚੰਡਦਾ ਹੁੰਦਾ ਹੈ। ਇਹਦਾ ਮਤਲਬ ਬੈਵਲਡ ਕੀਤਾ ਹੁੰਦਾ ਹੈ। ਤੋ ਉਹ ਚੰਡਿਆ ਜਾਂ ਖੁੰਡਿਆ, ਖਿੰਡੀ ਹੋਈ ਇਹਨੂੰ ਪੰਜਾਬੀ ਚ ਕਈ ਵਾਰੀ ਕਹਿੰਦੇ ਆ ਇੱਕ ਸਾਈਡ ਜਿਹੜੀ ਆ ਇਹਨੂੰ ਬੈਵਲਡ ਕਹਿੰਦੇ ਆ। ਇਹ ਬੈਵਲਡ ਐਜ ਹੈਗਾ। ਸੋ ਸਿੰਪਲ ਐਲੀਡੈਡ ਟੂ ਡਰਾ ਦਾ ਰੇ ਵਨ ਆਫ ਦਾ ਐਜ। ਇੱਕ ਬੰਨੇ ਆਪਾਂ ਐਜ ਆਫ ਦਾ ਐਲੀਡੈਡ ਇਜ਼ ਬੈਵਲਡ। ਸ਼ਬਦ ਆ ਗਿਆ ਨਾ ਬੈਵਲਡ। ਬੈਵਲਡ ਮੈਨੇ ਖੁੰਡਾ ਹੋਣਾ, ਖਿੰਡੀ ਹੋਣਾ, ਠੀਕ ਹੈ ਜੀ। ਮੈਂ ਇਹਦੇ ਬਾਰੇ ਤੁਹਾਨੂੰ ਦੱਸਦਾ ਪਿੱਛੇ। ਦਿਸ ਪਰਫੈਕਟਲੀ ਸਮੂਥ ਵਰਕਿੰਗ ਐਜ ਹੁੰਦਾ ਵਾ ਜਿਹਨੂੰ ਆਪਾਂ ਫਿਡਿਊਸ਼ੀਅਲ ਐਜ ਕਹਿੰਦੇ ਆ। ਮਤਲਬ ਕਈ ਵਾਰੀ ਬਹੁਤ ਵਾਰੀ ਕੁਐਸਚਨਸ ਆਉਂਦੇ ਨੇ ਇੰਟਰਵਿਊ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਆ, ਮੋਸਟਲੀ ਪੇਪਰ ਵਿੱਚ ਵੀ ਪੁੱਛਿਆ ਜਾਂਦਾ ਜਿਹੜਾ ਵਰਕਿੰਗ ਐਜ ਆਫ ਐਲੀਡੈਡ ਇਜ਼ ਸੈਡ ਟੂ ਬੀ ਡੈਸ਼। So working edge is said to be fiducial edge. So fiducial edge is graduated to facilitate to plot the distance to the scale। मतलब ਜਿਹੜਾ fiducial edge ਹੁੰਦਾ ਵਾ, beveled edge ਹੁੰਦਾ ਵਾ, ਉਹਦੇ ਤੇ scale marking ਕੀਤੀ ਹੁੰਦੀ ਆ। ਜਿਵੇਂ ਆਪਾਂ ਸਾਈਡ ਕੀਤਾ, ਜਦੋਂ ਆਪਾਂ ਆਈ ਵੇਨ ਤੋਂ ਵੇਖਿਆ ਆਬਜੈਕਟ ਵੇਨ ਤੇ ਆਪਾਂ ਆਬਜੈਕਟ ਨੂੰ ਸਾਈਡ ਕੀਤਾ ਤੇ ਆਪਾਂ ਨੇ ਵੇਖਿਆ ਵੀ ਆਬਜੈਕਟ ਜਿਹੜਾ ਵਾ ਨਾ ਸਾਡੇ ਜਿਹੜਾ ਜਿੱਥੇ ਆਪਾਂ ਪਲੇਨ ਟੇਬਲ ਲਾਇਆ ਵਾ ਉੱਥੋਂ 50 ਮੀਟਰ ਦੂਰ ਆ ਤੇ 50 ਮੀਟਰ ਸਾਡੀ ਸ਼ੀਟ ਥੋੜੀ ਹੋਊਗੀ, ਆਪਾਂ ਉਹਨੂੰ ਸਕੇਲ ਦੇ ਵਿੱਚ ਲਿਖਾਂਗੇ। ਇਟ ਮੀਨਸ ਸਕੇਲ ਜਦੋਂ ਲਵਾਂਗੇ ਵੀ 1 ਸੈਂਟੀਮੀਟਰ ਬਰਾਬਰ ਆਪਾਂ ਲਵਾਂਗੇ 10 ਮੀਟਰ। ਇਹਦਾ ਮਤਲਬ ਜਦੋਂ 50 ਮੀਟਰ ਹੋਊਗਾ ਤੇ 5 ਸੈਂਟੀਮੀਟਰ ਜਿਹੜਾ ਆਪਾਂ ਉਹ ਜਿਹੜਾ ਬੈਵਲਡ ਐਜ ਵਾ ਉੱਥੇ 5 ਸੈਂਟੀਮੀਟਰ ਤੇ ਆਪਾਂ ਬਿੰਦੂ ਲਾ ਦਾਂਗੇ। ਇਟ ਮੀਨਸ ਉਹ ਪੁਆਇੰਟ ਲੋਕੇਟ ਹੋ ਗਿਆ। ਮਤਲਬ ਆ ਜਿਹੜੀ ਥੱਲੇ ਵਾਲੀ ਲਾਈਨ ਹੈ ਇਹਦਾ ਮਤਲਬ ਇਹ ਆ ਕਿ ਫਿਡਿਊਸ਼ੀਅਲ ਐਜ ਇਜ਼ ਗ੍ਰੈਜੂਏਟਡ to facilitate the plotting the distance of the scale ਹੋ ਗਿਆ। ਲਓ ਜੀ ਟੈਲੀਸਕੋਪਿਕ ਐਲੀਡੈਡ ਜਦੋਂ ਸਾਡੇ ਜਿਹੜੇ ਆਬਜੈਕਟ ਆ ਬੜੇ ਦੂਰ ਦੂਰ ਹੁੰਦੇ ਆ ਜਾਂ ਕਈ ਵਾਰੀ ਆਪਾਂ ਇਨਕਲਾਈਨਡ ਸਾਈਡਸ ਹੁੰਦੀਆਂ। ਇਨਕਲਾਈਨਡ ਮੈਨੇ ਟੇਢੀ, ਐਂਗੂਲਰ तो horizontal angle ਦੇ ਤੌਰ ਤੇ। The telescope LED is used when it is required to make inclined sight। It is essentially consist of small telescope ਲੱਗੀ ਦੀ ਉੱਤੇ level tube ਲੱਗੀ ਆ, graduated arc ਹੁੰਦੀ ਆ ਤੇ mounted on the horizontal axis। The higher accuracy ਜੇ ਚਾਹੀਦੀ ਆ, more range ਚਾਹੀਦੀ ਹੈ ਸਾਈਟ ਦੀ ਆਪਾਂ ਨੂੰ ਤੇ ਆਪਾਂ ਫਿਰ ਟੈਲੀਸਕੋਪਿਕ LED ਦੀ ਯੂਜ਼ ਕਰਦੇ। ਆਹ ਦੇਖੋ ਇਹ ਇੱਕ ਤੁਸੀਂ ਫੋਟੋ ਵੇਖ ਰਹੇ ਆ, ਥੱਲੇ ਉਦਾਂ ਹੀ ਆ, ਵੇਖੋ ਉਹਦਾ ਕਿਨਾਰਾ ਥੱਲੇ ਵਾਲਾ ਬੈਵਲਡ ਐਜ ਉਦਾਂ ਹੀ ਆ ਜਿਹੜਾ ਫਿਡਿਊਸ਼ੀਅਲ ਐਜ ਆ। ਉੱਪਰ ਦੂਰਬੀਨ ਲੱਗੀ ਆ, ਦੂਰਬੀਨ ਦੇ ਨਾਲ ਆਪਾਂ ਨੂੰ ਦੂਰ ਵਾਲੀ ਜਿਹੜੀ ਆ ਉਹ ਆਪਾਂ ਨੇੜੇ ਨਜ਼ਰ ਆਪਾਂ ਨੂੰ ਆਊਗੀ ਤੇ ਆਪਾਂ ਨਾਲ ਕਲੀਅਰਲੀ ਆਬਜੈਕਟ ਜਿਹੜਾ ਆਪਾਂ ਕਰ ਸਕਦੇ ਹਾਂ। ਲਓ ਜੀ ਟੈਲੀਸਕੋਪਿਕ ਐਲੀਡੈਡ ਦੀ ਇੱਕ ਹੋਰ ਫਿਗਰ ਤੁਸੀਂ ਵੇਖ ਰਹੇ ਆ।
ठीक है जी। मतलब आर्क ਦੇ ਵਿੱਚ ਗ੍ਰੈਜੂਏਟ ਕੀਤਾ ਨਾ, ਵੇਖੋ ਆਰਕ ਦੇ ਬਣੀ ਹੋਈ ਹੈ, ਠੀਕ ਹੈ ਜੀ। ਤੇ ਇਹਦੇ ਉੱਪਰ ਵੇਖੋ ਸਪਿਰਿਟ ਲੈਵਲ ਵੀ ਲੱਗਾ ਵਾ, ਇਹਦੇ ਵਿੱਚ ਵੇਖੋ ਤੁਸੀਂ ਇੱਕ ਕੰਪਾਸ ਵੀ ਲੱਗੀ ਹੈਗੀ ਆ। ਸੋ ਇਹ ਤੁਸੀਂ ਇੱਕ ਤਰ੍ਹਾਂ ਦੀ ਟੈਲੀਸਕੋਪਿਕ ਐਲੀਡੇਟ ਦੀ ਫੋਟੋ ਵੇਖ ਰਹੇ ਹੋ। ਐਸੈਸਰੀ ਨਾਲ ਜਿਹੜੀਆਂ ਚੀਜ਼ਾਂ ਹੋਰ ਜਿਹਦੇ ਨਾਲ ਆਪਾਂ ਬਹੁਤ ਜ਼ਰੂਰੀ ਹੈਗੀਆਂ, ਟਰਫ ਕੰਪਾਸ। ਦਾ ਟਰਫ ਕੰਪਾਸ ਇਜ਼ ਰਿਕੁਆਇਰਡ ਟੂ ਡਰਾਇੰਗ the line showing magnetic meridian on the paper। ਹੁਣ ਮੈਗਨੈਟਿਕ ਮਰੀਡੀਅਨ ਬਾਰੇ ਆਪਾਂ ਕੰਪਾਸ 'ਚ ਗੱਲ ਕੀਤੀ ਵੀ ਜਿੱਥੇ ਧਰਤੀ ਦਾ ਨਾਰਥ ਤੇ ਸਾਊਥ ਮਿਲਦਾ ਵਾ ਉਹਨੂੰ ਆਪਾਂ ਟਰੂ ਮਰੀਡੀਅਨ ਕਹਿੰਦੇ ਆ। ਤੇ ਜਿਹੜੀ ਚੁੰਬਕੀ ਸੂਈ ਹੁੰਦੀ ਆ ਜਦੋਂ ਇੱਕ ਸਿਰੇ ਤੇ ਸਥਿਰ ਹੋ ਜਾਂਦੀ ਆ ਤੇ ਜਿਹੜਾ ਉਹਦਾ ਉਹ ਜਿਹੜੀ ਬਣਾਉਂਦੀ ਆ ਨਾਰਥ ਸਾਊਥ ਜਿਹੜਾ ਲਾਈਨ ਜਿਹੜੀ ਆ ਡੈਟ ਇਜ਼ ਮੈਗਨੈਟਿਕ ਮਰੀਡੀਅਨ। ਉਹ ਫਿਰ ਆਪਾਂ ਮੈਗਨੈਟਿਕ ਮਰੀਡੀਅਨ ਜਿਹੜੀ ਡਰਾਇੰਗ ਸ਼ੀਟ ਆ ਉਹਦੇ ਰਾਈਟ ਕਾਰਨਰ ਜਾਂ ਲੈਫਟ ਕਾਰਨਰ ਤੇ ਆਪਾਂ ਲਾਉਣਾ ਹੁੰਦਾ। ਇਟ ਇਜ਼ ਯੂਜ਼ਡ ਟੂ ਓਰੀਐਂਟ ਦਾ ਟੇਬਲ ਨੂੰ ਓਰੀਐਂਟ ਕਰਨਾ। ਮੈਂ ਓਰੀਐਂਟੇਸ਼ਨ ਬਾਰੇ ਚੰਗੀ ਤਰ੍ਹਾਂ ਅੱਗੇ ਦੱਸਦਾ ਵਾਂ ਤੁਹਾਨੂੰ। ਵੈਨ ਦਾ ਫ੍ਰੀਲੀ ਸਸਪੈਂਡਡ ਨੀਡਲ ਸ਼ੋ 0 ਐਟ ਈਚ ਐਂਡ, ਜਦੋਂ ਜਿਹੜੀ ਨੀਡਲ ਆ 0 ਡਿਗਰੀ ਤੇ ਸ਼ੋ ਕਰੂਗੀ ਦੋਵੇਂ ਐਜ ਤੇ ਆਪਾਂ ਉਹਨੂੰ ਉਹ ਜਿਹੜੀ ਦਾ ਲਾਈਨ ਇਜ਼ ਡਰਾਨ ਔਨ ਦਾ ਡਰਾਇੰਗ ਪੇਪਰ ਵਿਚ ਰਿਪਰਜੈਂਟ ਮੈਗਨੈਟਿਕ ਨਾਰਥ, ਜਿਹੜੀ ਮੈਗਨੈਟਿਕ ਨਾਰਥ ਨੂੰ ਸ਼ੋ ਕਰੂਗੀ। ਠੀਕ ਹੈ ਜੀ। ਲਓ ਜੀ, ਆ ਤੁਸੀਂ ਦੇਖ ਰਹੇ ਆ ਟਰਫ ਕੰਪਾਸ ਦੀਆਂ ਵੱਖ-ਵੱਖ ਇਹਦੇ ਚ ਟਾਈਪਸ ਹੈਗੀਆਂ। ਆ ਤੁਸੀਂ ਨੀਡਲ ਵੇਖ ਰਹੇ ਆ। ਸੋ ਇਹ ਟਰਫ ਕੰਪਾਸ ਜਿਨ੍ਹਾਂ ਬੱਚਿਆਂ ਨੇ ਸਰਵੇ ਕੀਤਾ ਹੋਊਗਾ, ਮੋਸਟਲੀ ਸਾਰੇ ਬੱਚਿਆਂ ਨੇ ਇਹ ਕਿਉਂਕਿ ਆਪਾਂ ਰਿਵੀਜ਼ਨ ਸੈਸ਼ਨ ਚੱਲਦਾ ਪਿਆ ਨਾ ਤੇ ਤੁਹਾਡੇ ਕੰਮ ਨੂੰ ਆਪਾਂ ਰਿਵਾਈਜ਼ ਕਰਦੇ ਪਏ ਆ ਤੇ ਤੁਹਾਨੂੰ ਤੁਸੀਂ ਇਹ ਚੀਜ਼ਾਂ ਜਿਹੜੀਆਂ ਵੇਖੀਆਂ ਹੋਣਗੀਆਂ ਤੁਹਾਡੇ ਦਿਮਾਗ 'ਚ ਯਾਦ ਆ ਗਿਆ ਉਹ ਵੀ ਆ ਟਰਫ ਕੰਪਾਸ ਆ। ਇਸ ਤੋਂ ਬਾਅਦ ਸਪਿਰਿਟ ਲੈਵਲ। ਇਹ ਸਪਿਰਿਟ ਲੈਵਲ ਇਜ਼ ਯੂਜ਼ਡ ਟੂ ascertaining if the table is properly level। ਮਤਲਬ ਜਿਹੜਾ ਟੇਬਲ ਆ ਉਹਨੂੰ ਪ੍ਰੋਪਰਲੀ ਲੈਵਲ ਕਰਨ ਵਾਸਤੇ, ਮਤਲਬ ਬਿਲਕੁਲ ਲੈਵਲ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਤਾਂ ਟੇਬਲ ਇਜ਼ ਲੈਵਲ ਬਾਈ ਪਲੇਸਿੰਗ ਦਾ ਲੈਵਲ ਔਨ ਦਾ ਬੋਰਡ ਇਨ 2 ਪੋਜੀਸ਼ਨ। ਮਤਲਬ 2 ਪੋਜੀਸ਼ਨ ਤੇ ਲਾਉਂਦੇ ਆ ਰਾਈਟ ਐਂਗਲ 'ਚ। ਗੈਟਿੰਗ ਦਾ ਬੱਬਲ, ਜਦੋਂ ਉਹਦਾ ਬੱਬਲ ਸੈਂਟਰ 'ਚ ਆ ਜੇ ਬੋਥ ਪੋਜੀਸ਼ਨ 'ਚ। ਮਤਲਬ ਆਪਾਂ ਜਿਹੜਾ ਸਪਿਰਿਟ ਲੈਵਲ ਆ ਜਦੋਂ ਲੈਵਲ ਸ਼ੀਟ ਤੇ ਰੱਖਣਾ ਵਾ ਤੇ ਆਪਾਂ ਇਹ 2 ਪੋਜੀਸ਼ਨਾਂ ਲੈਣੀਆਂ ਤੇ ਦੋਵੇਂ ਇੱਕ ਦੂਜੇ ਦੇ ਉੱਪਰ ਨਾਰਮਲ ਹੋਣੀ ਚਾਹੀਦੀਆਂ। ਨਾਰਮਲ ਮੀਨਸ ਦੋਵੇਂ ਪਰਪੈਂਡੀਕੂਲਰ ਹੋਣ, ਮਤਲਬ ਇੱਕ ਬੰਨੇ ਇੱਕ ਦੂਜੇ ਬੰਨੇ। ਠੀਕ ਹੈ ਜੀ। ਤੇ ਆਹ ਦੇਖੋ ਸਪਿਰਿਟ ਲੈਵਲ ਦੀ ਫੋਟੋ ਤੁਸੀਂ ਵੇਖ ਰਹੇ ਆ। ਜੂ ਫੋਰਕ ਵਿਦ ਪਲਮ ਬੌਬ। ਹੁਣ ਫੋਰਕ ਨੂੰ ਪੰਜਾਬੀ ਵਿੱਚ ਕਹਿੰਦੇ ਆ ਚਿਮਟਾ। ਹੁਣ ਫੋਰਕ, ਜੂ ਫੋਰਕ, ਉਹਦੇ ਨਾਲ ਇੱਕ ਚਮਟੇ ਵਾਂਗੂ ਹੁੰਦਾ, ਉਹਦੇ ਨਾਲ ਪਲਮ ਬੌਬ ਲਟਕੀ ਹੁੰਦੀ ਆ ਜੂਸ ਦਾ ਸੈਂਟਰਿੰਗ ਦਾ ਟੇਬਲ ਓਵਰ ਦਾ। ਮਤਲਬ ਇਹ ਕਾਹਦੇ ਵਾਸਤੇ ਯੂਜ਼ ਕੀਤੀ ਜਾਂਦੀ ਆ ਕਿਉਂਕਿ ਟੇਬਲ ਜਿਹੜਾ ਸਾਡਾ ਪਲੇਨ ਟੇਬਲ ਆ ਉਹ ਅਸੀਂ ਜ਼ਮੀਨ ਤੋਂ ਘੱਟੋ ਘੱਟ 1 ਮੀਟਰ ਉੱਪਰ ਸਟੈਂਡ ਉਹਦਾ ਕਰਦੇ ਆ ਤੇ ਆਪਾਂ ਪਰ ਜਿਹੜਾ ਮੈਪ ਤਿਆਰ ਕਰਦੇ ਆ ਉਹ ਤੇ ਜ਼ਮੀਨ ਦਾ ਕਰਦੇ ਆ ਨਾ। ਸੋ ਜਿਹੜਾ ਜ਼ਮੀਨ ਤੇ ਸਟੇਸ਼ਨ ਆ ਉਸ ਸਟੇਸ਼ਨ ਨੂੰ ਆਪਣੀ ਸ਼ੀਟ ਤੇ ਆਪਣੇ ਡਰਾਇੰਗ ਬੋਰਡ ਤੇ ਜਾਂ ਆਪਣੇ ਪਲੇਨ ਟੇਬਲ ਤੇ ਲਿਆਉਣ ਵਾਸਤੇ ਇਹਨੂੰ ਯੂਜ਼ ਕੀਤਾ ਜਾਂਦਾ। ਸਟੇਸ਼ਨ occupied by the plane table when the plotted position of the that point is already on the sheet। Also it is the beginning of work। ਮਤਲਬ ਇਹ ਜਦੋਂ ਆਪਾਂ ਕੰਮ ਸਟਾਰਟ ਕਰਨਾ ਵਾ ਤੇ ਸਭ ਤੋਂ ਪਹਿਲਾਂ ਆਪਾਂ ਗਰਾਊਂਡ ਵਾਲਾ ਸਟੇਸ਼ਨ ਜਿਹੜਾ ਉਹਦੀ ਸੈਂਟਰਿੰਗ ਕਰਨੀ ਹੁੰਦੀ ਆ। ਇਟ ਇਜ਼ ਯੂਜ਼ਡ ਫॉर ਟ੍ਰਾਂਸਫਰ ਦਾ ਗਰਾਊਂਡ ਪੁਆਇੰਟ ਔਨ ਦਾ ਸ਼ੀਟ। ਜਿਹੜਾ ਗਰਾਊਂਡ ਤੇ ਪੁਆਇੰਟ ਆ ਉਹਨੂੰ ਟ੍ਰਾਂਸਫਰ ਕਰਨ ਵਾਸਤੇ, ਮਤਲਬ ਇੱਕ ਦੂਜੇ ਦੇ ਉੱਪਰ ਲੋਕੇਟ ਹੋਣੇ ਚਾਹੀਦੇ ਆ, ਉਹਦੇ ਵਾਸਤੇ ਆਪਾਂ ਨੂੰ ਯੂਜ਼ ਕੀਤਾ ਜਾਂਦਾ। ਆਹ ਦੇਖੋ ਤੁਸੀਂ ਫਿਗਰ ਦੇਖ ਰਹੇ ਆ, ਮਤਲਬ ਅੱਪਰ ਆਰਮ ਥੱਲੇ ਵਾਲੀ ਆਰਮ ਤੇ ਪਲਮ ਬੌਬ ਲੱਗੀ ਆ। ਪਲਮ ਬੌਬ ਜਿਹੜੀ ਜ਼ਮੀਨ ਦੇ ਨਾਲ ਲੜਕੀ ਆ ਤੇ ਉਹ ਲੀਵਰ ਆਰਮ ਆ, ਉੱਤੇ ਤੁਹਾਡਾ ਪੁਆਇੰਟ ਲਿਖਿਆ। ਪੁਆਇੰਟ ਮੀਨਸ ਜਿਹੜਾ ਥੱਲੇ ਵਾਲਾ ਸਟੇਸ਼ਨ ਆ ਉੱਪਰ ਵਾਲਾ ਸਟੇਸ਼ਨ ਦੋਵੇਂ ਉਹਨਾਂ ਦਾ ਵਰਟੀਕਲ ਐਕਸਿਸ ਬਿਲਕੁਲ ਇੱਕ ਹੋ ਗਏ। ਇਹ ਦੇਖੋ ਇਧਰਲੇ ਬੰਨੇ ਤੁਹਾਨੂੰ ਜਿਹੜੀ ਪਲਮ ਬੌਬ ਲੜਕੀ ਦੀ ਥੱਲੇ ਨਜ਼ਰ ਆਉਂਦੀ ਆ। ਸੋ ਇਹ ਤੁਸੀਂ ਉਹਦਾ ਵਿਊ ਦੇਖ ਰਹੇ ਆ ਜੂ ਫੋਰਕ ਵਿਦ ਪਲਮ ਬੌਬ। ਇਸ ਤੋਂ ਬਾਅਦ ਵਾਟਰਪ੍ਰੂਫ ਕਵਰ। ਹੁਣ ਵਾਟਰਪ੍ਰੂਫ ਕਵਰ ਵਾਸਤੇ ਆਪਾਂ ਮਤਲਬ ਕੀ ਕਰਦੇ ਆ ਵੀ ਇੱਕ ਅੰਬਰੇਲਾ ਯੂਜ਼ ਕਰਦੇ ਆ। ਅੰਬਰੇਲਾ ਛਤਰੀ ਹੋ ਗਈ ਜੋ ਯੂਜ਼ ਪ੍ਰੋਟੈਕਟ ਦਾ ਡਰਾਇੰਗ ਫਰੋਮ ਰੇਨ। ਮਤਲਬ ਜੇ ਮੀਂਹ ਆ ਜਾਏ ਤੇ ਫਿਰ ਆਪਾਂ ਉਹਨੂੰ ਮਤਲਬ ਯੂਜ਼ ਕੀਤਾ ਜਾਂਦਾ। ਮਤਲਬ ਥੋੜਾ ਬਾਰਿਸ਼ ਹੋਵੇ ਤੇ ਆਪਾਂ ਕੰਮ ਦੇ ਕੰਟੀਨਿਊਸਲੀ ਨਾ ਖਰਾਬ ਹੋਵੇ ਤੇ ਆਪਾਂ ਇਹ ਅੰਬਰੇਲਾ ਯੂਜ਼ ਕਰ ਸਕਦੇ। ਇਸ ਤੋਂ ਬਾਅਦ ਡਰਾਇੰਗ ਪੇਪਰ, ਜਿਹੜੀ ਆਪਾਂ ਸ਼ੀਟ ਲਾਉਂਦੇ ਉੱਤੇ, ਕਿਉਂਕਿ ਆਪਾਂ ਸਟਾਰਟਿੰਗ 'ਚ ਕਹਿਤਾ ਵੀ ਜਿਹੜਾ ਪਲੇਨ ਟੇਬਲ ਹੁੰਦਾ ਵਾ ਉਹਦੇ ਵਿੱਚ ਆਪਾਂ ਫੀਲਡ ਵਰਕ ਨਾਲ ਅਸੀਂ
ਪਲਾਨ ਵੀ ਤਿਆਰ ਕਰਨਾ, ਤੇ ਪਲਾਨ ਆਪਾਂ ਕਿੱਥੇ ਕਰਾਂਗੇ? ਡਰਾਇੰਗ ਸ਼ੀਟ ਤੇ। ਇਹਦਾ ਮਤਲਬ ਜਿਹੜਾ ਡਰਾਇੰਗ ਸ਼ੀਟ ਆ ਉਹਨੂੰ ਡਰਾਇੰਗ ਪੇਪਰ ਕਿਹਾ ਗਿਆ। तो ड्राइंग पेपर इज यूज फॉर प्लॉटिंग द ग्राउंड डिटेल। ਤੇ ਡਰਾਇੰਗ ਸ਼ੀਟ ਦੀਆਂ ਉਹ ਜੋ ਸਟੈਂਡਰਡ ਸਾਈਜ਼ ਹੁੰਦੇ ਨੇ ਉਹਨੂੰ ਆਪਾਂ ਯੂਜ਼ ਕਰਦੇ। ਲਓ ਜੀ, ਆ ਤੁਸੀਂ ਫੋਟੋ ਵੇਖਦੇ ਆ ਮੇਰੇ ਸਾਥੀ ਜਗਜੀਤ ਸਿੰਘ ਤੇ ਮੈਂ ਆਈਟੀ ਦੇ ਵਿੱਚ ਬੱਚਿਆਂ ਨੂੰ ਮਤਲਬ ਜੋ ਵੀ ਪਲੇਨ ਟੇਬਲ ਦੀ ਐਕਸੈਸਰੀ ਆ, ਇਕਵਿਪਮੈਂਟਸ ਬਾਰੇ ਆਪਾਂ ਦੱਸਦੇ ਪਏ ਆ। ਸੋ ਬੱਚੇ ਬੜੇ ਇੰਟਰਸਟਿੰਗ ਦੇ ਨਾਲ ਵੇਖ ਰਹੇ ਆ। ਇਸ ਤੋਂ ਬਾਅਦ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਪਲੇਨ ਟੇਬਲ ਸਰਵੇ। ਲਓ ਜੀ, ਆਪਾਂ ਚੇਨ ਸਰਵੇ ਕੀਤਾ, ਕੰਪਾਸ ਸਰਵੇ ਕੀਤਾ, ਤੇ ਇਹਦਾ ਫਾਇਦਾ ਕੀ ਹੈਗਾ? ਮਤਲਬ ਕੋਈ ਚੀਜ਼ ਦਾ ਜੇ ਬੈਨੀਫਿਟ ਹੋਵੇ ਤੇ ਫਿਰ ਹੀ ਆਪਾਂ ਯੂਜ਼ ਕਰਦੇ ਨਾ। ਜੇ ਹੁਣ ਚੇਨ ਤੋਂ ਵਧੀਆ ਹੋਊਗਾ ਜਾਂ ਕੰਪਾਸ ਤੋਂ ਵਧੀਆ ਹੋਊਗਾ ਤੇ ਕੋਈ ਆਪਾਂ ਸਿਲੈਕਟ ਕਰਦੇ ਆ। ਲਓ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਐਡਵਾਂਟੇਜ, ਇਹਦੇ ਫਾਇਦਿਆਂ ਦੀ। ਪਹਿਲਾ ਫਾਇਦਾ ਕੀ ਹੈ? ਦਾ ਪਲਾਨ ਇਜ਼ ਡਰਾਨ ਬਾਈ ਦਾ ਸਰਵੇਅਰ ਹਿਮਸੈਲਫ while the area to be surveyed is before his eyes। ਮਤਲਬ ਜੋ ਵੀ ਉਹ ਸਰਵੇਅਰ ਡਰਾਇੰਗ ਬਣਾਉਂਦਾ ਵਾ, ਜੋ ਪਲਾਨ ਬਣਾਉਂਦਾ, ਉਹਦੇ ਅੱਖਾਂ ਸਾਹਮਣੇ ਹੁੰਦਾ। ਤੇ ਜਦੋਂ ਕੋਈ ਚੀਜ਼ ਉਹਦੇ ਅੱਖਾਂ, ਕੋਈ ਬੰਦੇ ਦੇ ਅੱਖਾਂ ਸਾਹਮਣੇ ਚੀਜ਼ ਹੋਵੇ, ਕਹਿੰਦੇ ਨਾ ਕੰਧ ਓਲੇ ਪਰਦੇਸ। ਪਰ ਜਿਹੜੀ ਚੀਜ਼ ਤੁਹਾਡੇ ਅੱਖਾਂ ਸਾਹਮਣੇ ਹੁੰਦੀ ਆ, ਸਿਆਣਿਆਂ ਨੇ ਕਹਾਵਤ ਕੀ ਵੀ ਕਹੀ ਆ ਵੀ ਅੱਖੀ ਵੇਖ ਕੇ ਮੱਖੀ ਨਿਗਲ ਨਹੀਂ ਹੁੰਦੀ। ਇਹਦਾ ਮਤਲਬ ਗਲਤੀ ਦੀ ਗੁੰਜਾਇਸ਼ ਘਟ ਜਾਂਦੀ ਆ। So therefore there is no possibility of omitting the necessary measurements। ਜਿਹੜੀਆਂ measurement ਦੀ ਲੋੜ ਵਾ ਉਹਨਾਂ ਨੂੰ ਫਿਰ ਆਪਾਂ ਛੱਡਾਂਗੇ ਨਹੀਂ। ਇਹਦਾ ਮਤਲਬ ਹਰ ਚੀਜ਼ ਨੂੰ ਆਪਾਂ ਲੈ ਲਾਂਗੇ। The surveyor can compare the plotted work with actual feature। ਮਤਲਬ ਜੋ ਵੀ ਉਹਨੇ ਪਲਾਟ ਕੀਤਾ ਵਾ ਉਹਦੀ ਐਕਚੁਅਲ ਫੀਚਰ ਜਿਹੜੀ ਆ ਉਹ ਵੇਖੂਗਾ ਵੀ ਹਾਂ ਯਾਰ ਰੁੱਖ ਮੈਂ ਇੱਥੇ ਬਣਾਇਆ, ਅੱਛਾ ਵਾਕਿਆ ਰੁੱਖ ਇੱਧਰ ਹੀ ਹੈਗਾ, ਕਿਉਂਕਿ ਜੋ ਉਹ ਬਣਾਉਣ ਡਿਆ ਵਾ ਉਹ ਉਹਦੇ ਸਾਹਮਣੇ ਆ। ਸੋ ਇਹ ਬੜਾ ਇੱਕ ਇੰਟਰਸਟਿੰਗ ਸਾਡਾ ਇੰਸਟਰੂਮੈਂਟ ਆ, ਜਿਹਦੇ ਵਿੱਚ ਬੱਚੇ ਜਿਹੜੇ ਆ ਬਾਕੀ ਇੰਸਟਰੂਮੈਂਟ ਨਾਲੋਂ ਬੜਾ ਇੰਟਰਸਟ ਨਾਲ ਕੰਮ ਕਰਦੇ। ਲੋ ਜੀ, ਮੈਂ ਇਹ ਵੀ ਇੱਕ ਸਟੂਡੈਂਟਸ ਨੂੰ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਵੀ ਬੱਚੇ ਵੇਖੋ ਕਿੰਨਾ ਇੰਟਰਸਟ ਦੇ ਨਾਲ ਇੰਟਰਸਟਿੰਗ ਵੇ ਨਾਲ ਕੰਮ ਕਰਦੇ ਪਏ ਆ। ਤੇ ਆਪਾਂ ਮਤਲਬ ਇਹ ਫੋਟੋਆਂ ਤੁਹਾਨੂੰ ਆਪਾਂ ਆਪਣੀ ਉਸਤਤ ਵਾਸਤੇ ਨਹੀਂ ਦਿਖਾਣ ਦੇ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਇੰਟਰਸਟ ਪੈਦਾ ਹੋਵੇ ਵੀ ਆਪਾਂ ਜਿਹੜੇ ਸਟੂਡੈਂਟਸ ਆ ਜੇ ਇੰਟਰਸਟ ਨਾਲ ਕੰਮ ਕਰ ਰਹੇ ਆ ਤੇ ਆਪਾਂ ਦਾ ਵੀ ਇੰਟਰਸਟ ਜਿਹੜਾ ਬਣੇ। ਸੋ ਇਹ ਆਪਾਂ ਮਤਲਬ ਆਪਣੇ ਬੱਚਿਆਂ ਨੂੰ ਫੀਲਡ ਦੇ ਵਿੱਚ ਐਡਵਾਂਟੇਜ ਆਫ ਜਿਹੜਾ ਉਹਨੂੰ ਆਪਾਂ ਦੱਸਦੇ ਪਏ। ಇಲ್ಲ ಸ್ವಲ್ಪ ದೂರ ಐತದ, ದೂರ ದೂರ ಅಂದ್ರೆ ಅದರ್ ಲೈನ್ ಮುಂದೆ advantage it is simple and cheaper than the ಈಗ cheaper than the theodolite। ಕೇಳ ನನಗೆ ಹೇಳ ಆಮೇಲೆ ਮਤਲਬ ਇਹਦੀ ਐਡਵਾਂਟੇਜ ਇੱਕ ਹੋਰ ਵੇਖੋ ਵੀ ਇਹ ਸਿੰਪਲ ਐਂਡ ਚੀਪਰ ਦੈਨ ਦਾ ਥੈਡੋਲਾਈਟ ਸਰਵੇ। ਮਤਲਬ ਇਹ ਸਿੰਪਲ ਵੀ ਆ, ਸਸਤਾ ਵੀ ਆ। ਕਿਹਦੇ ਤੋਂ? ਥੈਡੋਲਾਈਟ ਤੋਂ। तो ਥੈਡੋਲਾਈਟ ਬੜਾ ਮਹਿੰਗਾ ਇੰਸਟਰੂਮੈਂਟ ਤੇ ਇਟ ਇਜ਼ ਮੋਸਟ ਸੁਟੇਬਲ ਫॉर ਸਮਾਲ ਸਕੇਲ। ਮਤਲਬ ਛੋਟੇ ਸਕੇਲ ਮੈਪ, ਜਿੱਦਾਂ ਵਾ ਕਿਸੇ ਮਹੱਲੇ ਦੇ ਵਿੱਚ ਟਾਊਨ ਪਲਾਨਿੰਗ ਕਰਨੀ ਆ, ਕਿਸੇ ਮਹੱਲੇ ਦੇ ਵਿੱਚ ਆਪਾਂ ਸੀਵਰੇਜ ਸਿਸਟਮ ਕਰਨਾ ਵਾ, ਤੇ ਆਪਾਂ ਛੋਟੇ ਏਰੀਆ ਵਾਸਤੇ ਬੜਾ ਸੁਟੇਬਲ। ਨੋ ਗ੍ਰੇਟ ਸਕਿੱਲ ਇਜ਼ ਰਿਕੁਆਇਰਡ। ਲੋ ਜੀ, ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਆ ਵੀ ਜੇ ਕੋਈ ਇੰਨਾ ਜ਼ਿਆਦਾ ਸਕਿੱਲ ਵੀ ਨਹੀਂ ਹੈਗੀ, ਕੋਈ ਨਲਾਇਕ ਬੰਦਾ ਵੀ ਜਿਹੜਾ ਵਾ ਉਹ ਆਪਣੇ ਸੀਨੀਅਰ ਦੇ ਨਾਲ ਸਿੱਖ ਕੇ ਵਧੀਆ ਕੰਮ ਕਰ ਸਕਦਾ। ਟੂ ਪ੍ਰੋਡਿਊਸ ਏ ਸੈਟਿਸਫੈਕਟਰੀ ਮੈਪ and work may be entrusted to the subordinate। It is useful in magnetic area where compass may not use। ਹੁਣ ਮੈਗਨੈਟਿਕ ਏਰੀਆ ਕਿਹੜਾ ਹੋ ਗਿਆ? ਜਿੱਥੇ ਹੁਣ ਵੇਖੋ ਚੁੰਬਕ ਜਿਹੜੀ ਆ, ਚੁੰਬਕ ਜਦੋਂ ਲੋਹੇ ਵਾਲੇ ਜਗ੍ਹਾ ਨੂੰ ਵਹਿੰਦੀ ਆ ਤੇ ਉਸੇ ਵੇਲੇ ਉਹ ਗਾਣਾ ਬੋਲਣ ਡੈ ਪੈਂਦੀ ਵੀ ਆਣ ਮਿਲੋ ਸੱਜਣਾ। ਮਤਲਬ ਕਿਉਂਕਿ ਚੁੰਬਕ ਜਿਹੜੀ ਆ ਉਹ ਲੋਹੇ ਵਾਲੇ ਪਾਸੇ ਇਫੈਕਟ ਹੋ ਜੂਗੀ। ਸੋ ਜਿੱਥੇ ਲੋਹੇ ਵਾਲਾ ਏਰੀਆ ਵਾ, ਜਿੱਥੇ ਮੈਗਨੈਟਿਕ ਫੀਲਡ ਆ, ਉੱਥੇ ਫਿਰ ਆਪਾਂ ਕੰਪਾਸ ਸਰਵੇ ਕਰਨਾ ਸਾਡੇ ਲਈ ਔਖਾ ਹੋ ਜਾਂਦਾ। ਤੇ ਜਿਹੜਾ ਪਲੇਨ ਟੇਬਲ ਆ ਉਹਨੂੰ ਮਤਲਬ ਮੈਗਨੈਟਿਕ ਏਰੀਆ ਨਾਲ ਕੋਈ ਮਤਲਬ ਨਹੀਂ ਹੁੰਦਾ। ਮਤਲਬ ਉਹ ਉੱਥੇ ਆਪਾਂ ਫਿਰ ਵਧੀਆ ਸੌਖਾ ਮੈਪ ਤਿਆਰ ਕਰ ਸਕਦੇ। ਮਿਸਟੇਕ ਇਨ ਰਾਈਟਿੰਗ ਫੀਲਡ ਬੁੱਕ ਆਰ ਐਲੀਮੀਨੇਟਡ। ਹੁਣ ਕੀ ਹੁੰਦਾ ਵਾ ਵੀ ਇੱਕ ਬੰਦਾ ਫੀਲਡ, ਜਦੋਂ ਆਪਾਂ ਚੇਨ ਸਰਵੇ ਕਰਦੇ ਆ ਤੇ ਜਾਂ ਕੰਪਾਸ ਸਰਵੇ ਕਰਦੇ ਆ, ਇੱਕ ਬੰਦੇ ਨੇ ਫੀਲਡ ਬੁੱਕ ਹੁੰਦੀ ਆ, ਉਹ ਨੋਟ ਕਾਂਡਿਆ ਹੁੰਦਾ, ਚੇਨਮੈਨ ਮਿੰਥੀਆਂ ਕਾਂਡੇ ਹੁੰਦੇ ਆ। ਤੇ ਇਹਦਾ ਮਤਲਬ ਕੀ ਹੁੰਦਾ ਵਾ ਵੀ ਕਈ ਵਾਰੀ ਫੀਲਡ ਬੁੱਕ ਦੇ ਵਿੱਚ ਗਲਤ ਮਿਸਟੇਕ ਮਤਲਬ ਐਂਟਰੀ ਹੋ ਜਾਂਦੀ ਆ। ਤੇ ਇਹਦੇ ਚ ਕੀ ਆ ਵੀ ਇਹਦੇ ਚ ਨਾਲ ਹੀ ਆਪਾਂ ਵੇਖਣਾ, ਨਾਲ ਹੀ ਆਪਾਂ ਇਹਦੇ ਚ ਡਰਾ ਕਰਨਾ ਹੁੰਦਾ, ਤੇ ਗਲਤੀ ਦੀ ਜਿਹੜੀ ਗੁੰਜਾਇਸ਼ ਆ ਉਹ ਬਹੁਤ ਘੱਟ ਜਾਂਦੀ ਹੈ। ਲੋ ਜੀ, ਆ ਐਡਵਾਂਟੇਜ ਆਫ ਇਹਦੇ ਵਿੱਚ ਮਤਲਬ ਇਹ ਪਲੇਨ ਟੇਬਲ ਬਾਰੇ ਦੱਸਿਆ ਜਾ ਰਿਹਾ ਕਿ ਫੋਟੋ ਆ।
हाँ जी अगे आ गया डिसएडवांटेज लिमिटेशंस मतलब हर चीज की लिमिटेशन आ जिद्दां हुण साडी आ जूम ऐप जिहड़ी आ हुण ते चलो पंजाबी निम्मी चैनल वालियां दी किरपा नाल आपां 300 बंदा बैठ जांदे आ पर मैं रिक्वेस्ट करांगा भी वेखो साडे ड्राफ्टसमैन सिविल ते सर्वेयर दे जिहड़ियां ट्रेड्स आ उधर मैं देखदा पिया भी 235 स्टूडेंट्स ने ड्राफ्टसमैन वालियां ने पेपर दित्ता ते साडे मतलब 68 69 सर्वेयर दे बच्चे आ ते जदों क्लास अटेंड करदे आ ते 45 ਤੋਂ 60 70 80 ਚ ਹੁੰਦੇ ਨੇ सो मैं मतलब फिर भी क्योंकि जो अं कला जूम क्लास लवांगे वो लिमिटेशन आ भी 100 बच्चे क्लास बह सकते पर इतने 300 बंदा बह सकता वा सो मैं सारे फिर रिपीट रिक्वेस्ट करदा भी जो ये रिवीजन लैक्चर आ ये तुहाडे बेनीफिशियल लिए आपां मेहनत करते हैं सो इहदा वध तो वध बेनीफिट उठाया जाना चाहिए सो डिसएडवांटेज की है इट इज नॉट अटेंडेंट और वेरी एक्यूरेट वर्क जे एक्यूरेट वर्क करना वो वास्ते इनू मतलब आप अटेंड नहीं करते इट इज नॉट सुटेबल इन मॉनसून मीह आ जाऊगा तो मीह के आप मतलब ये काम करना औखा हो जाऊगा इट इज एसेंशली ए ट्रॉपिकल इंस्ट्रूमेंट ट्रॉपिकल वह पंजाबी कहते हैं खंडी मतलब ये एक मतलब खंड मतलब ज्यादा किसी खास एरिए के वास्ते जिदा मतलब यूज करते हैं तो ड्यू टू हैवीनेस इट इज इनकन्वीनियंट टू ट्रांसफर क्योंकि हैवीनेस एक ड्राइंग बोर्ड वा स्टैंड वा मतलब किन्ने दे इंस्ट्रूमेंट्स ने हैवी होने करके इनू मतलब ट्रांसपोर्ट करने लिए थोड़ी जी सानू इनकन्वीनियंट फील होंदी है सिंस दे आर सो मैनी एक्सेसरी होंदी है देयर इज लाइकहुड टू बी मतलब जिदा ट्रफ कंपास आ स्पिट लैवल आ छोटा जिहा ते कई बारी याद भुल जांदा चेता भुल जांदा यार उत्थे रह गया तो इस करके उन्हां दा चोरी होने का जां मतलब कहंदा भी उन्हां दा गवाचण दा चांस बन जाता लो जी आ एडवांटेज बर्फां दे विच भी वेखो आपां मतलब पहाड़ां दे विच भी है जिहड़ा प्लेन टेबलिंग होंदी पई है तो प्रिंसीपल ऑफ प्लेन टेबल सर्वे प्लेन टेबल सर्वे का प्रिंसीपल की है सिद्धांत की है तो प्रिंसीपल ऑफ प्लेन टेबल इज पैरेललिज्म मीन्स मतलब प्लेन टेबल सर्वे का मतलब कि आप पैरेललिज्म का सिद्धांत कि जो भी अं देखते हैं अं अपना टेबल वो पैरेलल लाइना ड्रा करते हैं तो उन्होंने स्केल के नाल कट लेने सो प्रिंसीपल ऑल द रेस ड्रान थ्रू वेरीअस डिटेल शुड बी पास थ्रू द सर्वे स्टेशन जिहड़ा साडा सर्वे स्टेशन आ जिथे आपां प्लेन टेबल रखिया हुंदा ते सारियां जिहड़ियां लाइनां वा पैरेलली उहदे विचों दी पास हो के जांदियां द पोजीशन ऑफ द प्लेन टेबल एट ईच स्टेशन मस्ट बी आइडेंटिकल ते एट ईच सर्वे स्टेशन द टेबल मस्ट बी ओरिएंटेड इन द डायरेक्शन ऑफ मैग्नेटिक नॉर्थ जो भी साडी मैग्नेटिक नॉर्थ आ आपां टेबल नूं ओरिएंटेट करदे हुण ओरिएंटेशन का मतलब की है भी जो जिधर मतलब साडा नॉर्थ आ साडे टेबल का नॉर्थ उधर होना चाहिए उहदे पैरेलल ईस्ट वैस्ट मतलब उहदे डायरेक्शन के अकॉर्डिंग जिद्दां आपां कई बारी ड्राफ्टसमैन दे स्टूडेंट्स बैठे आ जो मैप तैयार करते हैं ते नक्शा तैयार करते हैं आ जी बैडरूम आ साडे मतलब गाड़ी इहदे नाल अटैच बाथरूम हैगा जी आ लॉबी आ ड्राइंग रूम आ गया जी गाड़ी किचन आ गया जो इस तो बाद गड़े एंट्रेंस आ गई जो आ तुहाडा मेन गेट आ फिर आपां उहनूं मैप नूं ना टेबल ते रख के वेखदे हां ते फिर कहंदे नहीं यार आ साडा गेट नॉर्थ वाले पासे ते नक्शा ही फिर नॉर्थ वाले पासे यार इधर ही साडा गेट इट मीनस आपां जो डायरेक्शनस आ उहदे अकॉर्डिंग आपां उहनूं सैटअप करदे हां उहदे पैरेलल सो दैट इज ओरिएंटेशन लो जी आप प्रिंसीपल ऑफ प्लेन टेबल सर्वे का जिहड़ा प्रिंसीपल आ तुहाडे सामने भी जो लाइनां उहदे पैरेललिज्म जिहड़ियां लाइनां सारियां सर्वे स्टेशन दे विचों दी पास होके जांदियां लो जी इस तो बाद मतलब साडे को आ गया मैथड ऑफ सैटिंग अप द प्लेन टेबल नूं आपां सैटअप करना ते प्लेन टेबल नूं सैटअप करने वास्ते मतलब आपां की करांगे जिद्दां आपां कंपास नूं सैटअप करदे जी तो मेरे ख्याल तुहानूं याद आ गया भी कंपास आपां पहलों सैंटरिंग लैवलिंग उहदी करदे हुंदे सी सैंटरिंग आपां जो उहदे थल्ले स्टोन रख के छड्डिया ते उहदे चल गया फिर आपां मतलब लैवलिंग करने वास्ते उहदे ते जिहड़ा
ਬਾਲ ਐਂਡ ਸੌਕਟ ਅਰੇਂਜਮੈਂਟ ਲੱਗਾ ਹੁੰਦਾ ਸੀਗਾ, ਪੈਨਸਲ ਨੂੰ ਉੱਤੇ ਸੁੱਟਦੇ ਹੁੰਦੇ ਸੀ ਜਿੱਦਾਂ ਨੂੰ। ਇਸੇ ਤਰ੍ਹਾਂ ਜਿਹੜਾ ਪਲੇਨ ਟੇਬਲ ਆ ਉਹਦੀ ਵੀ ਟੈਂਪਰੇਰੀ ਐਡਜਸਟਮੈਂਟ ਜਿੱਦਾਂ ਆਪਾਂ ਕਹਿ ਸਕਦੇ, ਮਤਲਬ ਉਹਨੂੰ ਆਪਾਂ ਉਹਨੂੰ ਸੈਟਅਪ ਕਰਨਾ। ਇੱਥੇ ਆਪਾਂ ਐਡਜਸਟਮੈਂਟ ਦੇ ਨਾਲ ਇੱਕ ਨਵਾਂ ਸ਼ਬਦ ਜੋੜ ਲਿਆ ਵੀ ਮਤਲਬ ਪ੍ਰੋਸੈਸ ਜਾਂ ਮੈਥਡ ਆਫ ਸੈਟਿੰਗ ਅਪ ਦਾ ਪਲੇਨ ਟੇਬਲ। ਪਲੇਨ ਟੇਬਲ ਨੂੰ ਸੈਟਅਪ ਕਰਨਾ, ਤਾਂ ਉਹਦੇ ਵਾਸਤੇ 3 ਪ੍ਰੋਸੈਸ ਹੈਗੇ ਨੇ। ਸੋ ਪਹਿਲਾ ਸਾਡਾ ਹੈਗਾ ਲੈਵਲਿੰਗ, ਫਿਰ ਹੈਗਾ ਸਾਡਾ ਸੈਂਟਰਿੰਗ, ਫਿਰ ਹੈਗਾ ਓਰੀਐਂਟੇਸ਼ਨ। तो ਲੈਵਲਿੰਗ ਦਾ ਮਤਲਬ ਕੀ ਆ ਕਿ ਜਿਹੜਾ ਪਲੇਨ ਟੇਬਲ ਆ ਦੇਖੋ ਹੀ ਮਤਲਬ ਮੇਰੇ ਸਾਥੀ ਨਾਲ ਜਗਜੀਤ ਸਿੰਘ ਆਪਾਂ ਸਟੂਡੈਂਟਸ ਨੂੰ ਪਲੇਨ ਟੇਬਲ ਦੀ ਸੈਟਅਪ ਬਾਰੇ ਆਪਾਂ ਗੱਲ ਕਰਦੇ ਪਏ ਆ। ਸੋ ਇਹ ਦੇਖੋ ਲੈਵਲਿੰਗ, तो ਇਹ ਲੈਵਲਿੰਗ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਵੀ ਸਪਿਰਿਟ ਲੈਵਲ। ਹੁਣ ਦੇਖੋ ਇਹਦੇ ਵਿੱਚ 2 ਲੈਵਲ ਦਿੱਤੇ ਨੇ, 2 ਸਪਿਰਿਟ ਲੈਵਲ ਦੀਆਂ ਸਲੋਟ ਹੁੰਦੀਆਂ, ਕਿਉਂਕਿ ਜਿੱਦਾਂ ਮੈਂ ਕਿਹਾ ਸੀ ਨਾ ਵੀ ਰਾਈਟ ਐਂਗਲ 'ਚ ਹੋਣੇ ਚਾਹੀਦੇ ਆ। ਹੁਣ ਆ ਦੇਖੋ ਇੱਕ ਲੈਵਲ ਤੇ ਦੋਵੇਂ ਲੈਵਲ ਇੱਕ ਦੂਜੇ ਦੇ ਨਾਰਮਲ ਨੇ, ਆਪਾਂ ਇੱਕ ਕਾਰਨਰ ਤੇ ਰੱਖਾਂਗੇ ਤੇ ਦੋਵੇਂ ਬੱਬਲ ਜਦੋਂ ਸੈਂਟਰ 'ਚ ਆਉਂਦੇ ਆ ਤੇ ਉਦੋਂ ਕਵਾਂਗੇ ਵੀ ਪਲੇਨ ਟੇਬਲ ਲੈਵਲ 'ਚ ਹੋ ਗਿਆ। ਮਤਲਬ ਜਿਹੜੇ ਆਪਾਂ ਸਟੈਂਡ ਦੀਆਂ ਲੱਤਾਂ ਵਾ ਉਹਨਾਂ ਨੂੰ ਆਪਾਂ ਮਤਲਬ ਫਿਕਸ ਕਰਦੇ ਆ ਉੱਪਰ ਥੱਲੇ ਕਰਕੇ, ਖੱਬੇ ਸੱਜੇ ਕਰਕੇ ਆਪਾਂ ਉਹਦੀ ਜਿਹੜੀ ਲੈਵਲਿੰਗ ਕਰਦੇ ਆ। ਪਰ ਕਈ ਜਿੱਦਾਂ ਸਟੈਂਡ ਆਉਂਦੇ ਨੇ ਉਹ 'ਚ ਫੁੱਟ ਸਕਰੂ ਵੀ ਲੱਗੇ ਹੁੰਦੇ ਨੇ, ਉਹਦਾ ਨਾਲ ਵੀ ਆਪਾਂ ਕਰ ਸਕਦੇ ਆ। ਤੋ ਆ ਮਤਲਬ ਲੈਵਲਿੰਗ ਐਂਡ ਸੈਂਟਰਿੰਗ। ਟੇਬਲ should be set up at the convenient height for working on the board, say about 1 meter। ਜਦੋਂ ਜਿਹੜਾ ਟੇਬਲ ਆ ਉਸ ਟੇਬਲ ਨੂੰ ਆਪਾਂ ਮਤਲਬ ਜੋ ਸਾਡੀ ਕਨਵੀਨੀਅੰਟ ਹਾਈਟ ਆ, ਕਿਉਂਕਿ ਜੇ ਆਪਾਂ ਇੰਨਾ ਕੁ ਲੱਤਾਂ ਉਹਦੀਆਂ ਸਟੈਂਡ ਦੀਆਂ ਖੋਲਣੀਆਂ ਵੀ ਇੰਨਾ ਉੱਚਾ ਨਾ ਹੋ ਜੇ ਕਿ ਜਿਹੜਾ ਵਿਚਾਰਾ ਮਧਰਾ ਬੰਦਾ ਵਾ ਉਹਦੇ ਵਾਸਤੇ, ਕਿਉਂਕਿ ਡਰਾਇੰਗ ਕਰਨੀ ਹੈ ਨਾ ਆਪਾਂ ਟੇਬਲ ਦੇ ਉੱਪਰ, ਜਿਹੜਾ ਤੁਹਾਡਾ ਡਰਾਇੰਗ ਬੋਰਡ ਆ ਜਿਹਨੂੰ ਆਪਾਂ ਸਟੈਂਡ ਤੇ ਰੱਖ ਕੇ ਪਲੇਨ ਟੇਬਲ ਕਹਿਤਾ, ਇਟ ਮੀਨ ਜੇ ਉਹ ਉੱਚਾ ਹੋਊਗਾ ਤੇ ਛੋਟੇ ਕੱਦ ਵਾਲਾ ਬੰਦਾ ਜਿਹੜਾ ਉਹ ਮਤਲਬ ਉੱਤੇ ਮਤਲਬ ਮੈਪ ਡਰਾ ਨਹੀਂ ਕਰ ਸਕਦਾ। ਜੇ ਆਪਾਂ ਬਿਲਕੁਲ ਨੀਵਾਂ ਰੱਖ ਲਿਆ ਇਟ ਮੀਨਸ ਫਿਰ ਜਿਹੜਾ ਬਹੁਤਾ ਲੰਬਾ ਵਾ ਮੇਰੇ ਵਰਗਾ ਬੰਦਾ ਉਹਦੇ ਵਾਸਤੇ ਮੁਸ਼ਕਿਲ ਹੋ ਜੂਗੀ। ਸੋ ਇਹਦਾ ਮਤਲਬ ਆਪਾਂ ਸਟੈਂਡ ਜਿਹੜਾ ਇਸ ਤਰ੍ਹਾਂ ਖੋਲਣਾ ਵੀ ਕਨਵੀਨੀਅੰਟ ਹੈ, ਸੇ ਅਬਾਊਟ 1 ਮੀਟਰ ਉੱਪਰ ਆਪਾਂ ਰੱਖਦੇ ਆ। ਤੋ ਲੈਗਸ ਆਫ ਦਾ ਟ੍ਰਾਈਪੋਡ should be spread well apart, ਮਤਲਬ ਲੱਤਾਂ ਜਿਹੜੀਆਂ well apart ਆਪਾਂ ਖੋਲਣੀਆਂ ਵਾ ਤੇ firmly into the ground, ਜਿਹੜੀ ਗਰਾਊਂਡ ਬਿਲਕੁਲ ਪੱਧਰੀ ਆ ਉੱਤੇ ਆਪਾਂ ਖੋਲਣੀਆਂ ਵਾ। ਲੋ ਜੀ ਲੈਵਲਿੰਗ ਐਂਡ ਸੈਂਟਰਿੰਗ। ਲੈਵਲਿੰਗ ਐਂਡ ਸੈਂਟਰਿੰਗ, the table should be so placed over the station on the ground that the point plotted on the sheet correspondingly to the station occupied should be exactly over the station on the ground। मतलब table should be so placed that the station on the ground, that point plotted on the sheet correspondingly। मतलब ਇਹਦਾ ਮਤਲਬ ਇਹ ਆ ਵੀ ਜਦੋਂ ਆਪਾਂ ਸਟੈਂਡ ਲਾ ਦਿੱਤਾ, ਪਲੇਨ ਟੇਬਲ ਲਾਤਾ ਤੇ ਜਿਹੜਾ ਸਾਡਾ ਗਰਾਊਂਡ ਤੇ ਸਟੇਸ਼ਨ ਆ ਜੋ ਅਸੀਂ ਮਾਰਕ ਕੀਤਾ ਵਾ ਉਹ ਜਿਹੜਾ ਸਟੇਸ਼ਨ ਆ ਸਾਡੀ ਸ਼ੀਟ ਦੇ ਉੱਪਰ ਕੋਰਸਪੋਂਡਿੰਗ ਆਪਾਂ ਨੂੰ ਲਿਆਉਣਾ। ਉਹਦਾ ਸਟੇਸ਼ਨ ਆਕੂਪਾਈਡ should be directly over the station, मतलब station ਦੇ ਉੱਪਰ ਆ ਜੇ on the ground। the operation is known by centering, ਇਹਨੂੰ ਆਪਾਂ ਕਹਿੰਦੇ centering। ਇਹਦਾ ਮਤਲਬ ਜਿਹੜਾ ਸ਼ੀਟ ਦਾ ਸਟੇਸ਼ਨ ਉਹ ਤੁਹਾਡਾ ਜਿਹੜਾ ਗਰਾਊਂਡ ਦਾ ਸਟੇਸ਼ਨ ਆ ਉਹ ਦੋਵੇਂ ਇੱਕ ਦੂਜੇ ਦੇ ਉੱਪਰ ਹੋਣੇ ਚਾਹੀਦੇ ਆ। ਸੋ ਐਸ ਸੈਂਟਰਿੰਗ ਇਹ ਆਪਾਂ ਕਿਹਦੇ ਨਾਲ ਕਰਦੇ ਆ? ਹੁਣੇ ਆਪਾਂ ਅਸੈਸਰੀ ਪੜ੍ਹੀ ਜੂ ਫਰੇਮ, ਜੂ ਫੋਰਕ ਨੂੰ ਕਹਿੰਦੇ ਆ, ਜੂ ਫੋਰਕ ਐਂਡ ਪਲਮ ਬੌਬ। For the leveling and the table ordinary ਜਿਹੜਾ ਸਾਡਾ split level ਆ may be used। ਜੇ ਇਹਨੂੰ leveling ਕਰਨਾ ਵਾ ਤੇ ਆਪਾਂ split level use ਕਰਦੇ ਆ। The table is leveled by placing the level on board in 2 position at right angle। ਮੈਂ ਫਿਰ ਪਿੱਛੇ ਵੀ ਗੱਲ ਕੀਤੀ ਸੀਗੀ ਕਿ 2 ਪੋਜੀਸ਼ਨ ਤੇ ਰੱਖਣਾ, ਦੋਵੇਂ ਪੋਜੀਸ਼ਨਾਂ ਰਾਈਟ ਐਂਗਲ ਹੋਣੀ ਚਾਹੀਦੀਆਂ। and getting the bubble center, ਤੇ ਜਿਹੜਾ ਬੱਬਲ ਆ ਉਹ ਸੈਂਟਰ ਦੇ ਵਿੱਚ ਆਪਾਂ ਲਿਆਉਣਾ ਵਾ। ਮਤਲਬ ਪਲੇਨ ਟੇਬਲ ਦੀ ਲੈਵਲਿੰਗ ਤੇ ਸੈਂਟਰਿੰਗ ਜਿਹੜੀ ਆ ਨਾ ਉਹ ਮੈਂ ਮਤਲਬ ਜਦੋਂ ਪ੍ਰੈਕਟੀਕਲੀ ਆਪਾਂ ਕੰਮ ਕਰਦੇ ਆ ਤੇ ਮੈਂ ਵੇਖਦਾ ਵਾਂ ਵੀ ਮੇਰਾ ਐਕਸਪੀਰੀਅੰਸ ਆ ਵੀ ਇਹ ਸਾਈਮਲਟੇਨੀਅਸਲੀ ਚੱਲਦੀ ਆ। ਜਿੱਦਾਂ ਜੇ ਅਸੀਂ ਸੈਂਟਰਿੰਗ ਕਰਦੇ ਕਈ ਵਾਰੀ ਲੈਵਲਿੰਗ ਡਿਸਟਰਬ ਹੋ ਜਾਂਦੀ ਆ, ਜੇ ਲੈਵਲਿੰਗ ਕਰਦੇ ਆ ਤੇ ਉਹ ਸੈਂਟਰਿੰਗ ਡਿਸਟਰਬ ਹੋ ਜਾਂਦੀ ਆ। ਸੋ ਆਪਾਂ ਮਤਲਬ ਉਹਨੂੰ ਇਸ ਤਰ੍ਹਾਂ ਕਰਨਾ ਵਾ ਵੀ ਸਾਡੀ ਜਿਹੜੀ
ਲੈਵਲਿੰਗ ਕਰਨ ਲੱਗੇ ਜਿਹੜੀ ਸੈਂਟਰਿੰਗ ਆ ਉਹ ਮਤਲਬ ਉਹ ਡਿਸਟਰਬ ਬਹੁਤੀ ਨਾ ਹੋਵੇ। ਸੋ ਲੈਵਲਿੰਗ ਜਿਹੜੀ ਆਪਾਂ ਸਪਿਰਿਟ ਲੈਵਲ ਦੇ ਨਾਲ, ਜਿਹੜਾ ਸਾਡਾ ਆਰਡੀਨਰੀ ਸਪਿਰਿਟ ਲੈਵਲ ਤੁਸੀਂ ਫੋਟੋ ਦੇਖੀਆਂ ਵਾ ਉਹਦੇ ਨਾਲ ਕਰਦੇ ਆ। ਤੇ ਜਿਹੜੀ ਸੈਂਟਰਿੰਗ ਆ ਉਹ ਜੂਟ ਫੋਰਕ ਜਿਹੜੀ ਆ ਉਹਦੇ ਨਾਲ ਪਲਮ ਬੌਬ ਕੀ ਹੁੰਦੇ ਆ, ਜਿਹੜੀ ਸਾਲ ਹੁੰਦੀ ਆ ਮਿਸਤਰੀਆਂ ਦੇ ਕੋਲ ਸਾਲ ਹੁੰਦੀ ਕਿ ਨਹੀਂ। ਜਿੱਦਾਂ ਕਈ ਜਿਹੜੇ ਬੱਚੇ ਆ ਮੋਸਟਲੀ ਮੈਂ ਅੱਗੇ ਵੀ ਗੱਲ ਕੀਤੀ ਵੀ ਜਿਹੜੇ ਬੱਚੇ ਆਪਣੇ ਸਿਵਲ ਇੰਜੀਨੀਅਰਿੰਗ ਟ੍ਰੇਡ ਨਾਲ, ਜਿੱਦਾਂ ਸਰਵੇ ਟ੍ਰੇਡ ਆ, ਡਰਾਫਟਸਮੈਨ ਸਿਵਲ ਟ੍ਰੇਡ ਆ, ਇਹ ਦੋਵੇਂ ਜਾਂ ਆਰਕੀਟੈਕਚਰ, ਇਹ ਸਾਰੀਆਂ ਸਿਵਲ ਇੰਜੀਨੀਅਰਿੰਗ ਨਾਲ ਬਿਲੋਂਗ ਕਰਦੀਆਂ ਵਾ। ਤੇ ਕੁਝ ਬੱਚੇ ਜਿਹੜੇ ਇੰਟਰਸਟ ਨਾਲ ਨਹੀਂ ਪੜ੍ਹਦੇ ਤੇ ਉਹ ਜਿਹੜਾ ਪਲਮ ਬੌਬ ਆ ਉਹਨੂੰ ਕਹੀ ਜਾਣਗੇ ਲਾਟੂ ਆ, ਉਹ ਲਾਟੂ ਵਰਗੀ ਸ਼ਕਲ ਹੁੰਦੀ ਉਹਦੀ, ਪਰ ਉਹਨੂੰ ਆਪਾਂ ਪਲਮ ਬੌਬ ਕਹਿੰਦੇ ਆ। ਉਹ ਥੱਲੇ ਮਤਲਬ ਜਿਹੜਾ ਜੂਟ ਫੌਰਕ ਆ ਉਹਦੇ ਨਾਲ ਲਟਕੀ ਹੁੰਦੀ ਔਰ ਸੈਂਟਰਿੰਗ ਵਾਸਤੇ ਉਹਨੂੰ ਕਰਦੇ ਆ। ਤੇ ਜਿਹੜਾ ਤੁਹਾਡਾ ਮਿਸਤਰੀਆਂ ਕੋ ਕਈ ਵਾਰੀ ਵੇਖਿਆ ਨਾ ਲੈਵਲ ਹੁੰਦਾ ਜਿਹਦੇ ਚ ਮਤਲਬ ਬੱਬਲ ਜਿਹਾ ਹੁੰਦਾ ਵਾ, ਉਹਨਾਂ ਜੇਬ ਚ ਪਾਇਆ ਹੁੰਦਾ, ਕਈ ਵਾਰੀ ਉਹਨਾਂ ਕੋਲ ਚਪਟੀਆਂ ਹੁੰਦੀਆਂ ਵਾ ਜਿਹਨੂੰ ਸਟੇਟ ਟੱਚ ਕਹਿੰਦੇ ਆ, ਉਹਦੇ ਉੱਪਰ ਵੀ ਉਹ ਛੋਟਾ ਜਿਹਾ ਲੱਗਾ ਹੁੰਦਾ। ਸੋ ਇਟ ਮੀਨਸ ਉਹਦੇ ਨਾਲ ਆਪਾਂ ਇਹਨੂੰ ਲੈਵਲਿੰਗ ਕਰਦੇ ਆ। ਇਹ ਦੇਖੋ ਇਹ ਤੁਹਾਡਾ ਜੋ इलेक्शन बंदे थे ਪਲਮ ਬੌਬ ਹੈਗੀ ਆ, इलेक्शन ਆਈਟੀਆਈ ਹੈਗਾ ਪਲਮ ਬੌਬ ਤੁਹਾਨੂੰ ਨਜ਼ਰ ਆਉਂਦੀ ਪਈ ਆ। तो टीचर्स काउंसिल इलेक्शन ड्यूटी बंदे थे पाटिल और मत इव्ರಿಗೆ ಉದಯ್ಗೆ। ਸੋ ਇਹਦੇ ਵਾਸਤੇ ਆਪਾਂ ਸੈਂਟਰਿੰਗ ਜਦੋਂ ਕਰਦੇ ਆ, ਆ ਦੇਖੋ ਅੱਗੇ ਆ ਗਈ ਓਰੀਐਂਟੇਸ਼ਨ। ਓਰੀਐਂਟੇਸ਼ਨ ਦਾ ਮਤਲਬ ਕੀ ਹੈਗਾ ਕਿ ਆਪਾਂ ਜਿਹੜਾ ਸਾਡਾ ਪਲੇਨ ਟੇਬਲ ਆ, ਜਿੱਦਾਂ ਮਤਲਬ ਡਰਾਫਟਸਮੈਨ ਸਿਵਲ ਟ੍ਰੇਡ ਦੇ ਵਿੱਚ ਜਦੋਂ ਆਪਾਂ ਪਲਾਨਿੰਗ ਕਰਦੇ ਆ, ਇੱਕ ਇਹਨਾਂ ਟਾਸਕ ਆਉਂਦਾ ਪਲਾਨਿੰਗ। ਤਾਂ ਪਲਾਨਿੰਗ ਦੇ ਵਿੱਚ ਓਰੀਐਂਟੇਸ਼ਨ ਹੁੰਦੀ ਆ। ਓਰੀਐਂਟੇਸ਼ਨ ਮੀਨ ਡਾਇਰੈਕਸ਼ਨ ਦੇ ਅਕੋਰਡਿੰਗ ਆਪਾਂ ਕਮਰਿਆਂ ਦੀ ਦਿਸ਼ਾ ਆਪਾਂ ਨਿਰਧਾਰਿਤ ਕਰਦੇ ਹਾਂ। ਮਤਲਬ ਜਿੱਦਾਂ ਆਪਾਂ ਮਤਲਬ ਅੱਜ ਕੱਲ ਇਹ ਰਿਵਾਜ ਜ਼ਿਆਦਾਤਰ ਚੱਲ ਪਈ ਵਸਤੂ ਸ਼ਾਸਤਰ ਵਿੱਚ ਮੈਪ ਸਾਡਾ ਤਿਆਰ ਹੋਇਆ। ਜਿੱਦਾਂ ਕਈ ਵਾਰੀ ਕਹਿੰਦੇ ਵੀ ਸਾਊਥ ਵਾਲੇ ਪਾਸੇ ਦਰਵਾਜ਼ਾ ਨਹੀਂ ਰੱਖਣਾ ਚਾਹੀਦਾ, ਇਹ ਜੀ ਮਤਲਬ ਗਲਤ ਗੱਲ ਹੈਗੀ ਆ। ਮਤਲਬ ਉਹਦਾ ਰੀਜ਼ਨ ਕੀ ਆ ਵੀ ਸਾਊਥ ਵਾਲੇ ਪਾਸੇ ਸਾਡੇ ਇੰਡੀਅਨ ਸਿਸਟਮ 'ਚ ਕਿਉਂਕਿ ਸੂਰਜ ਸਾਰੀ ਦਿਹਾੜੀ ਇੱਧਰ ਰਹਿੰਦਾ ਵਾ ਤੇ ਗਰਮ ਹਵਾ ਜਿਹੜੀ ਆ, ਹੁਣ ਦੇਖੋ ਨਾਰਥ ਵਾਲੇ ਪਾਸੇ ਜਿਹੜਾ ਪਹਾੜ ਹੁੰਦਾ ਵਾ ਤੇ ਜਿੰਨੀਆਂ ਵੀ ਗਰਮ ਹਵਾਵਾਂ ਵਾ ਤੇ ਗਰਮ ਹਵਾ ਦੇ ਵਿੱਚ ਟੌਕਸਿਕਸ ਗੈਸਸ ਹੋਣਗੀਆਂ, ਤੋਂ ਫਿਰ ਠੰਡੇ ਜਿੱਧਰ ਨਾਰਥ ਵਾਲੇ ਪਾਸੇ ਨੂੰ ਹਵਾ ਜਾਂਦੀ ਹੋ। ਇਟ ਮੀਨ ਜੇ ਗੇਟ ਅਸੀਂ ਸਾਊਥ ਵਾਲੇ ਪਾਸੇ ਰੱਖਿਆ ਹੋਊਗਾ ਤੇ ਜਿਹੜੀ ਗਰਮ ਹਵਾਵਾਂ ਤੇ ਟੌਕਸਿਕਸ ਗੈਸਸ ਤੁਹਾਡੇ ਘਰ 'ਚ ਐਂਟਰ ਕਰਨਗੀਆਂ ਤੇ ਤੁਹਾਡਾ ਜਿਹੜਾ ਜੀਵਨ ਆ ਉਹ ਹਾਈਜੀਨਿਕ ਨਹੀਂ ਰਹੂਗਾ। ਸੋ ਇਸ ਕਰਕੇ ਇਹ ਸਾਇੰਟੀਫਿਕ ਰੀਜ਼ਨ। ਇਸ ਕਰਕੇ ਆਪਾਂ ਆਪਣੇ ਘਰ ਦੇ ਜਿਹੜੇ ਕਮਰੇ ਆ, ਜਿੱਦਾਂ ਜਿਹੜਾ ਤੁਹਾਡਾ ਸਟੋਰ ਆ, ਸਟੋਰ ਨੂੰ ਆਪਾਂ ਡਾਰਕ ਫੇਸ 'ਚ ਰੱਖਦੇ ਆ ਤੇ ਡਾਰਕ ਫੇਸ ਕਿੱਧਰ ਹੋਊਗਾ? ਨਾਰਥਿੰਗ ਫੇਸ, ਕਿਉਂਕਿ ਉਧਰ ਸੂਰਜ ਨਹੀਂ ਕਦੀ ਹੁੰਦਾ। ਜਾਂ ਬਿਲਡਿੰਗ ਦੇ ਵਿਚਕਾਰ ਰੱਖਾਂਗੇ, ਜਿੱਦਾਂ ਹੁਣ ਸਾਡਾ ਬੈਡਰੂਮ ਆ, ਬੈਡਰੂਮ ਦੀ ਜਿਹੜੀ ਖਿੜਕੀ ਆ ਉਹ ਆਪਾਂ ਈਸਟਿੰਗ ਨਾਰਥ ਰੱਖਦੇ ਆ ਕਿਉਂਕਿ ਸੂਰਜ ਇੱਧਰੋਂ ਨਿਕਲਦਾ ਤੇ ਸਵੇਰੇ ਸੂਰਜ ਦੀ ਕਿਰਨ ਪਵੇ ਤੇ ਸਾਨੂੰ ਜਾਗ ਆ ਜੇ। ਜੇ ਆਪਾਂ ਬਾਥਰੂਮ ਦੀ ਜਿਹੜੀ ਓਪਨਿੰਗਸ ਆ ਜਾਂ ਕਿਚਨ ਦੀਆਂ ਜਿਹੜੀਆਂ ਓਪਨਿੰਗਸ ਹੁੰਦੀਆਂ ਵਾ ਉਹਨੂੰ ਆਪਾਂ ਈਸਟਿੰਗ ਨਾਰਥ ਜਾਂ ਵੈਸਟਿੰਗ ਰੱਖਦੇ ਆ। ਕਿਉਂ? ਕਿਉਂਕਿ ਸੂਰਜ ਜਿਹੜਾ ਸਵੇਰੇ ਨਾਰਥਿੰਗ ਈਸਟਿੰਗ, ਕਿਉਂਕਿ ਜਿਹੜੀ ਤੁਹਾਡੀ ਕਿਚਨ ਆ ਜਾਂ ਬਾਥਰੂਮ ਆ ਉਹਦੇ 'ਚ ਮੋਸਟਲੀ ਕੰਮ ਮਾਰਨਿੰਗ ਜਾਂ ਈਵਨਿੰਗ ਨੂੰ ਹੁੰਦਾ ਵਾ। ਸੋ ਇਹਦਾ ਮਤਲਬ ਜਿਹੜੇ ਹਾਰਮਫੁਲ ਬੈਕਟੀਰੀਆ ਵਾ ਜਦੋਂ ਸੂਰਜ ਦੀ ਰੋਸ਼ਨੀ ਪਊਗੀ ਤੇ ਉਹ ਮਤਲਬ ਹਾਰਮਫੁਲ ਬੈਕਟੀਰੀਆ ਜਿਹੜੇ ਆ ਉਹ ਮਤਲਬ ਖਤਮ ਹੋ ਜਾਣਗੇ ਤੇ ਸਾਡਾ ਜਿਹੜਾ ਘਰ ਹਾਈਜੀਨਿਕ ਹੋ ਜਾਊਗਾ। ਸੋ ਇਸ ਕਰਕੇ ਇਹ ਸੀਗੀ ਮਤਲਬ ਜਿੱਦਾਂ ਦਿਸ਼ਾ ਦੇ ਅਨੁਸਾਰ ਆਪਾਂ ਘਰ ਦੀ ਵੰਡ ਕਰਦੇ। ਸੋ ਇਹਦੇ ਵਿੱਚ ਜਿਹੜਾ ਓਰੀਐਂਟੇਸ਼ਨ ਆ ਇਹਦਾ ਮਤਲਬ ਕੀ ਆ ਵੀ ਆਪਾਂ ਜਿਹੜਾ ਪਲੇਨ ਟੇਬਲ ਆ ਉਹਨੂੰ ਮਤਲਬ ਇਸ ਤਰ੍ਹਾਂ ਰੱਖਣਾ ਵੀ ਜਿਹੜਾ ਸਾਡਾ ਪਲੇਨ ਟੇਬਲ ਤੇ ਜੋ ਅਸੀਂ ਮੈਪ ਤਿਆਰ ਕਰ ਰਹੇ ਆ, ਕਿਉਂਕਿ ਪਲੇਨ ਟੇਬਲ ਦੇ ਵਿੱਚ ਜੋ ਅਸੀਂ ਬਣਾਉਂਦੇ ਆ, ਜੋ ਅਸੀਂ ਵੇਖਦੇ ਆ ਤੇ ਇਟ ਮੀਨਸ ਆਪਾਂ ਨੇ ਵੇਖਣਾ ਵੀ ਜੋ ਅਸੀਂ ਡਰਾ ਕੀਤਾ ਵੀ ਆਹ ਜਿਹੜਾ ਰੁਕ ਗਈ ਇਹ ਨਾਰਥ ਵਾਲੇ ਪਾਸੇ ਆ ਤੇ ਸਾਡਾ ਪਲੇਨ ਟੇਬਲ ਦੀ ਜਿਹੜਾ ਵਾ ਨਾ ਉਹ ਨਾਰਥ ਵਾਲੇ ਪਾਸੇ, ਜਿਹੜਾ ਸਾਡਾ ਨਾਰਥ ਵਾ ਪਲੇਨ ਟੇਬਲ ਦਾ ਉਹ ਸਾਡੇ ਧਰਤੀ ਦੇ ਨਾਰਥ ਦੇ ਨਾਲ ਪੈਰਲਲ ਹੋਣਾ ਚਾਹੀਦਾ। ਇਹਦਾ ਮਤਲਬ ਉਹਨੂੰ ਪੈਰਲਲ ਕਰਨਾ। ਪ੍ਰੋਸੈਸ ਬਾਈ ਵਿਚ ਦਾ position occupy the board at various survey station are keep parallel matlab is known as orientation. Thus when the plane table is properly oriented, the lines of the board are parallel to line on the ground which they represent. जो ground ਤੇ lines ਹੁੰਦੀਆਂ ਨੇ ਮਤਲਬ ਉਹੀ ਲਾਈਨ ਜਿਹੜੀਆਂ ਉੱਤੇ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਿੱਦਾਂ ਘਰ ਦਾ ਜਿਹੜਾ ਗੇਟ ਆ ਜੇ ਵੈਸਟ ਵਾਲੇ ਪਾਸੇ ਆ
ਤੇ ਸਾਡਾ ਜਿਹੜਾ ਪਲੇਨ ਟੇਬਲ ਉਹ ਵੀ ਵੈਸਟ ਵਾਲੇ ਪਾਸੇ ਸ਼ੋ ਕਰੂਗਾ। ਮਤਲਬ ਜਿੱਦਾਂ ਆਪਾਂ ਪੰਜਾਬੀ 'ਚ ਜਿਹੜੇ ਬੰਦੇ ਗੱਲ ਕਰਦੇ ਵੀ ਜਿੱਧਰ ਪਹਾੜ ਆ, ਮਤਲਬ ਇੱਧਰ ਚੜ੍ਹਦਾ ਲਹਿੰਦਾ ਦੱਖਣ ਪਹਾੜ। ਹੁਣ ਚੜ੍ਹਦਾ ਕਿਹਨੂੰ ਕਹਿੰਦੇ ਆ? ਈਸਟ ਨੂੰ। ਲਹਿੰਦਾ ਕਿਹਨੂੰ ਕਹਿੰਦੇ ਆ? ਵੈਸਟ ਨੂੰ। ਤੇ ਪਹਾੜ ਕਿਉਂਕਿ ਨਾਰਥ ਵਾਲੇ ਪਾਸੇ ਹਿਮਾਲਿਆ ਪਰਬਤ ਆ, ਜਿਹੜਾ ਦਿਸ਼ਾ ਪਹਾੜ ਵਾਲੇ ਪਾਸੇ ਇਟ ਮੀਨ ਜੋ ਨਾਰਥ ਵਾਲੀ ਪਾਸੇ ਹੋ ਗਈ। ਸੋ ਆਪਾਂ ਦੋ ਤਰ੍ਹਾਂ ਕਰਦੇ ਆ, ਮੈਗਨੈਟਿਕ ਨੀਡਲ ਤੇ ਬੈਕ ਸਾਈਡਿੰਗ। ਤੋਂ ਮੈਗਨੈਟਿਕ ਨੀਡਲ ਕਿਹੜੀ ਆ? ਜਿਹੜੀ ਤੁਹਾਡੀ ਚੁੰਬਕੀ ਸੂਈ ਆ, ਉਹ ਜਿਹੜੀ ਟਰਫ ਕੰਪਾਸ ਤੁਹਾਨੂੰ ਦਿਖਾਈ ਸੀਗੀ, ਉਹ ਆਪਾਂ ਮਤਲਬ ਸ਼ੀਟ ਦੇ ਉੱਪਰ ਟਰਫ ਕੰਪਾਸ ਰੱਖ ਦਿੰਦੇ ਆ। ਦਾ ਮੈਗਨੈਟਿਕ ਨਾਰਥ ਇਜ਼ ਡਰਾਨ ਔਨ ਦਾ ਪੇਪਰ ਐਟ ਦਾ particular station at the next station ਦਾ ਆਪਾਂ ਕੀ ਕਰਦੇ ਆ ਵੀ ਜਦੋਂ ਪਹਿਲਾ ਸਟੇਸ਼ਨ ਆਪਾਂ ਪ੍ਰੈਕਟੀਕਲੀ ਜਦੋਂ ਕੰਮ ਕਰਦੇ ਆ, ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ, ਫਿਰ ਤੁਹਾਨੂੰ ਇੰਗਲਿਸ਼ ਤੇ ਲਿਖੀ ਆ ਸਮਝ ਲੱਗ ਜੂਗੀ। ਇਟ ਮੀਨਸ ਜਦੋਂ ਅਸੀਂ ਕੰਮ ਸਟਾਰਟ ਕਰਦੇ ਆ ਤੇ ਟਰਫ ਕੰਪਾਸ ਰੱਖ ਦਿੰਦੇ ਆ ਤੇ ਉਹਨੂੰ ਫ੍ਰੀਲੀ ਸਸਪੈਂਡ ਕਰ ਦਿੰਦੇ ਆ, ਤੇ ਜਿੱਥੇ ਸੂਈ 0 ਤੇ ਰੁਕ ਜਾਂਦੀ ਆ ਆਪਾਂ ਲਾਈਨ ਮਾਰ ਦਿੰਦੇ ਆ, ਉਹ ਲਾਈਨ ਨੂੰ ਸ਼ੋ ਕਰ ਦਿੰਦੇ ਆ ਵੀ ਇਹ ਨਾਰਥ ਲਾਈਨ ਆ। ਸੋ ਇਟ ਮੀਨਸ ਜਦੋਂ ਆਪਾਂ ਸਟੇਸ਼ਨ A ਤੋਂ B ਤੇ ਜਾਵਾਂਗੇ ਤੇ ਜਿਹੜੀ ਸਾਡੀ ਲਾਈਨ ਵਗੀ ਆ ਨਾਰਥ ਵਾਲੀ, ਉਹ ਉੱਥੇ ਸਾਡੇ ਬੋਰਡ ਜਿਹੜੀ ਸ਼ੀਟ ਉੱਤੇ ਹੋਊਗੀ ਨਾ। ਇਟ ਮੀਨਸ ਆਪਾਂ ਫਿਰ ਟਰਫ ਕੰਪਾਸ ਨੂੰ ਉਹਦੇ ਉੱਤੇ ਰੱਖਾਂਗੇ। ਤੇ ਮੈਂ ਤੁਹਾਨੂੰ ਸਟਾਰਟਿੰਗ 'ਚ ਪੜਾਇਆ ਵੀ ਜਿਹੜਾ ਬੋਰਡ ਆ ਜਿਹੜਾ ਤੁਹਾਡਾ ਉਹ ਵਰਟੀਕਲ ਐਕਸਿਸ ਦੇ ਆਲੇ ਦੁਆਲੇ ਰੋਟੇਟ ਕਰ ਜਾਂਦਾ। ਇਟ ਮੀਨਸ ਆਪਾਂ ਟਰਫ ਕੰਪਾਸ ਨੂੰ ਲਾਈਨ ਤੇ ਰੱਖ ਦਾਂਗੇ ਤੇ ਟਰਫ ਕੰਪਾਸ ਨੂੰ ਨਹੀਂ ਲਾਉਣਾ। ਹੁਣ ਆਪਾਂ ਪਲੇਨ ਟੇਬਲ ਨੂੰ ਘਮਾਉਣਾ ਵਾ ਤੇ ਉਹਨਾਂ ਚਿਰ ਤੱਕ ਘਮਾਈ ਜਾਣਾ ਵਾ ਜਿੰਨਾ ਚਿਰ ਤੱਕ ਜਿਹੜੀ ਨਾਰਥ ਆ ਉਹ ਨਾਰਥ ਪੋਲ ਤੇ ਨਹੀਂ ਆ ਜਾਂਦੀ। ਤੇ ਜਦੋਂ ਨਾਰਥ ਪੋਲ ਤੇ ਆ ਜਾਊਗੀ ਤੇ ਆਪਾਂ ਉਹਨੂੰ ਪਲੇਨ ਟੇਬਲ ਨੂੰ ਕੱਸ ਦਾਂਗੇ। ਇਟ ਮੀਨਸ ਫਿਰ ਤੁਹਾਡੀ ਜਿਹੜਾ ਪਲੇਨ ਟੇਬਲ ਜੋ ਤੁਹਾਡਾ A ਸਟੇਸ਼ਨ ਤੇ ਹੀ ਉਹ ਤੁਹਾਡਾ B ਤੇ ਹੋ ਗਿਆ। ਇਟ ਮੀਨਸ ਉਹ ਤੁਹਾਡਾ ਓਰੀਐਂਟੇਟ ਹੋ ਗਿਆ ਵਿਦ ਹੈਲਪ ਆਫ magnetic needle. So line of magnetic north table turn is such a way that the ends of magnetic needle are opposite to the zero of the scale. The board is fixed by the position by clamp ਕਰ ਦਾਂਗੇ। ਜੋ ਮੈਂ ਤੁਹਾਨੂੰ ਗੱਲ ਪੰਜਾਬੀ ਸਮਝਾਈ ਆ ਉਹ ਸਾਰੀ ਤੁਹਾਡੀ ਇਹ ਗੱਲ ਉਹਦੇ ਵਿੱਚ ਦੱਸੀ ਆ। This method is inaccurate. ਹੁਣ ਗੱਲ ਇੱਕ ਨਵੀਂ ਆ ਗਈ ਕਿ ਇਹ ਮੈਥਡ inaccurate ਆ ਜਦੋਂ ਉਹਦੇ ਵਿੱਚ ਲੋਕਲ ਅਟਰੈਕਸ਼ਨ ਹੋ ਜੂਗੀ। ਲੋਕਲ ਅਟਰੈਕਸ਼ਨ ਕੀ ਚੀਜ਼ ਹੈਗੀ ਆ ਕਿ ਜਦੋਂ ਉਹ ਮੈਗਨੈਟਿਕ ਫੀਲਡ ਆ ਗਿਆ, ਚਾਬੀਆਂ ਦਾ ਗੁੱਛਾ ਵਾ ਜਾਂ ਕੋਈ ਲੋਹੇ ਦਾ ਖੰਭਾ ਆ ਗਿਆ, ਇਟ ਮੀਨ ਜੋ ਨੀਡਲ ਇਫੈਕਟ ਹੋ ਜੂਗੀ, ਉਹਦੇ ਨਾਲ ਫਿਰ ਇਹ ਥੋੜੀ ਜੀ ਮਤਲਬ ਗਲਤੀ ਦੀ ਗੁੰਜਾਇਸ਼ ਹੋ ਜੂਗੀ। ਸੋ ਉਹਦੇ ਵਾਸਤੇ ਫਿਰ ਸਾਨੂੰ ਇਹ ਮੈਥਡ ਇੰਨਾ ਵਧੀਆ ਨਹੀਂ ਰਹੂਗਾ। ਉਹਦੇ ਵਾਸਤੇ ਫਿਰ ਆਪਾਂ ਕੀ ਕਰਾਂਗੇ, ਆਹ ਦੇਖੋ ਟਰਫ ਕੰਪਾਸ ਆ, ਇਹਦੇ ਨਾਲ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਹ ਟਰਫ ਕੰਪਾਸ ਆ, ਇਹਦੇ ਨਾਲ ਆਪਾਂ ਕਰਦੇ ਆ। ਇਹ ਦੇਖੋ ਐਲੀਡੈਡ ਆ ਟਰਫ ਸੋ ਇਸ ਤੋਂ ਬਾਅਦ ਬੈਕ ਸਾਈਟਿੰਗ ਵੈਰੀ ਐਕੂਰੇਟ ਮੈਥਡ ਆ। ਇਹਦੇ ਵਿੱਚ ਲੋਕਲ ਅਟਰੈਕਸ਼ਨ ਦੀ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਆ। ਮਤਲਬ ਬਾਈ ਬੈਕ ਸਾਈਟਿੰਗ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਸਟੇਸ਼ਨ ਕੋਲੋਂ A ਆ, ਉਹ ਤੁਹਾਡਾ ਫਸਟ ਸਟੇਸ਼ਨ ਆ, B ਤੁਹਾਡਾ ਜਿਹੜਾ ਸੈਕੰਡ ਸਟੇਸ਼ਨ ਆ। ਸਪੋਜ਼ ਲਾਈਨ ਇਜ਼ ਡਰਾਨ ਫਰੋਮ ਦਾ ਸਟੇਸ਼ਨ A ਤੇ ਆਪਾਂ ਲਾਈਨ ਡਰਾ ਕੀਤੀ ਸੀਗੀ ਤੇ ਆਪਾਂ ਮਤਲਬ A ਸਟੇਸ਼ਨ ਤੇ ਲਾਈਨ ਡਰਾ ਕੀਤੀ ਆ, ਆਪਾਂ ਸਟੇਸ਼ਨ B ਤੇ ਪਹੁੰਚ ਗਏ ਆ ਤੇ A ਤੇ B ਨੂੰ ਲਾਈਨ ਆਪਾਂ ਜੁਆਇਨ ਕੀਤੀ ਆ ਤੇ ਆਪਾਂ ਕੀ ਕਰਦੇ ਆ ਕਿ ਸਪੋਜ਼ ਇਹ ਲਾਈਨ ਡਰਾਨ ਸਟੇਸ਼ਨ A ਔਨ ਦਾ ਪੇਪਰ, ਉਹਨੂੰ ਆਪਾਂ AB ਆ ਸਮਾਲ ਲੈਟਰ AB ਆ। ਤੁਹਾਨੂੰ ਇਹ ਪਤਾ ਹੋਊਗਾ ਵੀ ਜਦੋਂ ਆਪਾਂ ਪਲੇਨ ਟੇਬਲ ਸਰਵੇ ਕਰਦੇ ਆ ਤੇ ਗਰਾਊਂਡ ਤੇ ਜਦੋਂ ਸਟੇਸ਼ਨ ਮਾਰਕ ਕਰਨੇ ਆ ਉਹ ਆਪਾਂ ਵੱਡੀ ABC ਕਰਨੇ ਹੁੰਦੇ ਆ ਤੇ ਜਦੋਂ ਜਿਹੜੇ ਸ਼ੀਟ ਤੇ ਮਾਰਕ ਕਰਨੇ ਉਹ ਛੋਟੀ ABC ਜਿਹਨੂੰ ਆਪਾਂ ਕਹਿੰਦੇ ਸਮਾਲ ਲੈਟਰ ਤੇ ਕੈਪੀਟਲ ਲੈਟਰ। ਸੋ ਟੇਬਲ ਇਜ਼ ਟਰਨ। ਫਿਰ ਕੀ ਹੁੰਦਾ ਵੀ ਆਪਾਂ ਲਾਈਨ AB ਮਾਰੀ ਆ ਤੇ ਆਪਾਂ ਜਿਹੜੀ ਤੁਹਾਡੀ ਐਲੀਡੈਡ ਆ ਉਹਨੂੰ ਆਪਾਂ A ਤੇ B ਤੇ ਆਪਾਂ ਰੱਖ ਕੇ ਸਾਈਟ ਕਰਦੇ ਆ, B ਤੇ ਪਹੁੰਚ ਕੇ A ਨੂੰ ਸਾਈਟ ਕਰਦੇ ਆ ਤੇ ਜਦੋਂ ਸਾਈਟ ਕਰਦੇ ਆ ਤੇ ਫਿਰ ਆਪਾਂ ਕੀ ਕਰਦੇ ਆ ਵੀ ਆਪਾਂ ਐਲੀਡੈਡ ਨੂੰ ਨਹੀਂ ਲਾਉਂਦੇ, ਫਿਰ ਆਪਾਂ ਜਿਹੜਾ ਪਲੇਨ ਟੇਬਲ ਆ ਉਹਨੂੰ ਅਨਕਲੰਪ ਕਰ ਦਿੰਦੇ ਆ ਤੇ ਆਪਾਂ ਪਲੇਨ ਟੇਬਲ ਨੂੰ ਘਮਾਉਂਦੇ ਆ ਤੇ ਇਦਾਂ ਘਮਾਈ ਜਾਂਦੇ। ਜਦੋਂ B ਬਿਲਕੁਲ ਸਾਈਟ ਹੋ ਗਿਆ ਲਾਈਨ ਦੇ ਨਾਲ ਆਪਾਂ ਉੱਥੇ ਪਲੇਨ ਟੇਬਲ ਕੱਸ ਦਿੰਦੇ ਆ। ਇਹਦਾ ਮਤਲਬ ਉਹ ਜਿਹੜੀ ਪੋਜੀਸ਼ਨ A ਤੇ ਹੀ ਉਹ ਪੋਜੀਸ਼ਨ ਸਾਡੀ ਪਲੇਨ ਟੇਬਲ ਦੀ B ਤੇ ਆ ਗਈ। ਇਹਦਾ ਮਤਲਬ ਫਿਰ ਇਸ ਮੈਥਡ ਨਾਲ ਇਹ ਓਰੀਐਂਟੇਟ ਹੋ ਗਿਆ। ਲੋ ਜੀ ਆਹ ਵੇਖੋ ਓਰੀਐਂਟੇਸ਼ਨ ਆਪਾਂ ਇਦਾਂ ਕਰਦੇ ਆ। ਆਹ ਦੇਖੋ ਇੱਥੇ ਜਿੱਥੇ ਹੁਣ ਇਧਰਲੇ ਬੰਨੇ ਜਿਹੜੀ ਤੁਹਾਨੂੰ ਦਿਖਦੀ ਪਈ ਆ ਆਈ ਵੇਨ, ਉਧਰ ਆਬਜੈਕਟ ਵੇਨ, ਉਧਰ B ਸਟੇਸ਼ਨ, ਉਹ A ਸਟੇਸ਼ਨ ਹੋਊਗਾ, ਇੱਧਰ B ਹੈਗਾ ਤੇ B ਤੋਂ A ਨੂੰ ਆਪਾਂ ਜਦੋਂ ਵੇਖਾਂਗੇ ਤੇ ਆਪਾਂ ਮਤਲਬ ਪਲੇਨ ਟੇਬਲ ਨੂੰ ਘੁਮਾ ਲਾਂਗੇ। ਇਹ ਦੇਖੋ ਸਟੂਡੈਂਟਸ ਜਿਹੜੇ ਆ ਮਤਲਬ ਇਹਨੂੰ
ਬੈਕ ਸਾਈਡ ਮੈਥਡ ਕਰਦੇ ਹੋਏ ਆ, ਕਿਉਂਕਿ ਮੈਂ ਪਿਕਚਰਸ ਤਾਂ ਦਿਖਾ ਰਿਹਾ ਵੀ ਤੁਹਾਨੂੰ ਵੀ ਯਾਦ ਆ ਜੇ, ਸਾਰਿਆਂ ਨੇ ਕੀਤਾ ਹੋਊਗਾ ਵੀ ਆਪਾਂ ਵੀ ਇਦਾਂ ਬੈਕ ਸਾਈਡ ਕੀਤਾ ਸੀ। ਸੋ ਇਹ ਵੀ ਸਾਡੇ ਮਤਲਬ ਸਟੂਡੈਂਟਸ ਲੜਕੀ ਜਿਹੜੀ ਆ ਮੇਰੇ ਸਾਥੀ ਜਗਜੀਤ ਸਿੰਘ ਨਾਲ ਆਪਾਂ ਸਟੂਡੈਂਟ ਜਿਹੜੇ ਬੈਕ ਸਾਈਡ ਨਾਲ ਓਰੀਐਂਟੇਸ਼ਨ ਕਰਦੇ ਹੋਏ। ਸੋ ਇਸ ਤੋਂ ਬਾਅਦ ਅੱਜ ਦੇ ਲਈ ਇੰਨਾ ਹੀ ਆ। ਸੋ ਪਲੇਨ ਟੇਬਲ ਦਾ ਪਾਰਟ 2 ਵੀ ਆਪਣੇ ਕੋਲ ਹੈਗਾ, ਸੋ ਆਪਾਂ ਨੈਕਸਟ ਡੇ ਆਪਾਂ ਕਰਨਾ, ਉਹਦੇ ਚ ਪਲੇਨ ਟੇਬਲ ਦੇ ਮੈਥਡ ਦੀ ਗੱਲ ਕਰਾਂਗੇ ਤੇ ਕੁਝ ਗੱਲਾਂ ਜਿਹੜੀਆਂ ਪਲੇਨ ਟੇਬਲ ਸਰਵੇ ਜਦੋਂ ਕਰਦੇ ਆ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੜੀ ਕਿਹੜੀਆਂ ਐਰਰਸ ਆ ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ। ਸੋ ਆਪਾਂ ਫਿਰ ਮਿਸ਼ਨ ਫਤਿਹ ਤੇ ਪਹੁੰਚ ਗਏ ਆ, ਕਿਉਂਕਿ ਸਟਾਰਟ ਵੀ ਮਿਸ਼ਨ ਫਤਿਹ ਤੇ ਆਪਾਂ ਖਤਮ ਵੀ ਮਿਸ਼ਨ ਫਤਿਹ ਤੇ ਕਰਨਾ। ਵੀ ਸਟੇ ਹੋਮ, ਇਹ ਸਾਰਾ ਤੁਸੀਂ ਸਟੈਪ ਪੜ੍ਹਦੇ ਪਏ ਆ, ਸਟੈਪ ਨੰਬਰ ਕੀਪ ਸੇਫ। ਸੋ ਕਿ ਬੰਦੇ ਦਾ ਹੁਣ ਕੋਈ ਕੁਐਰੀ ਹੋਵੇ, ਕੋਈ ਕੁਐਸਚਨ ਹੋਵੇ ਜੋ ਕਰ ਸਕਦਾ, ਤੇ ਕੋਈ ਜੇ ਸਲਾਹ ਜਾਂ ਸੁਝਾਅ ਹੈਗਾ ਤਾਂ ਉਹ ਵੀ ਦੇ ਸਕਦਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਸੋ ਤੁਸੀਂ ਦੇਖ ਰਹੇ ਆ, ਜੇ ਕਿਸੇ ਨੂੰ ਮਤਲਬ ਕਈਆਂ ਨੇ ਕੋਈ ਲੈਕਚਰ ਨਹੀਂ ਲਾਏ ਬੱਚਿਆਂ ਨੇ, ਤੇ ਉਹ ਮਤਲਬ ਇਹ ਫੋਨ ਤੇ ਮਤਲਬ ਕੰਟੈਕਟ ਕਰ ਸਕਦੇ ਆ, ਜੇ ਕੋਈ ਪ੍ਰੋਬਲਮ ਹੋਵੇ ਈਮੇਲ ਕਰ ਸਕਦੇ ਆ। ਸੋ ਮੈਂ ਹੋਸਟ ਪਰਮਜੀਤ ਸਰ ਹੋ ਜਾਣਾ। ਪਰਮਜੀਤ ਸਰ ਪਲੀਜ਼ ਅਨਮਿਊਟ ਟੂ ਐਵਰੀ ਪਰਸਨ, ਕੋਈ ਕੁਐਸਚਨ ਹੋਵੇ ਤੇ ਉਹ ਕਰ ਸਕਦਾ। ਕਰ ਚੁੱਕਾ ਸਰ, ਕਰ ਚੁੱਕਾ ਜੀ। ਹਾਂਜੀ, ਜੇ ਕਹਿੰਦਾ ਕੋਈ ਕੁਐਸਚਨ ਹੋਵੇ ਤੇ ਕਰ ਸਕਦਾ। ਨਰੇਸ਼ ਕੁਮਾਰ ਜੀ ਨੇ ਕੋਈ ਮੈਸੇਜ ਕੀਤੇ ਨੇ, ਕੋਈ ਨਰੇਸ਼ ਜੀ ਹੈਗੇ ਨੇ, ਕੋਈ ਕੁਐਸਚਨ ਹੈਗਾ ਤਾਂ ਕਰ ਸਕਦੇ ਹੋ। मैं एक स्पेशल थैंक्स भी करता सरदार सुखजीत सिंह जी, मैडम बलजिंदर कौर ने और सर करमजीत सिंह ने। सो हर रोज ये मतलब लैक्चर अटेंड करते हैं। सर रजनीश जी ने, सो सर नासर अली सर कुछ कहना चाहोगे क्योंकि बहुत ही मास्टर ने सर्वे दे। मैं रिक्वेस्ट करांगा नासर अली सर कोई सुझाव होर तुहाडे मन जो तुसीं दे सकते। ਤੁਸੀਂ ਰਣਧੀਰ ਜੀ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ। ਮੈਂ ਉਮੀਦ ਕਰਦਾ ਕਿ ਬੱਚਿਆਂ ਲਈ ਇਹ ਬਹੁਤ ਫਾਇਦੇਮੰਦ ਹੋਏਗਾ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਤੁਹਾਨੂੰ ਬਹੁਤ ਬਹੁਤ ਮੁਬਾਰਕ। ਥੈਂਕ ਯੂ ਸਰ, ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ। ਸੋ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੇ ਕੋਈ ਨਹੀਂ ਕੁਐਸਚਨ ਕਿਸੇ ਦਾ ਹੈਗਾ ਤੇ ਇਸੇ ਤਰ੍ਹਾਂ ਹੀ ਜਦੋਂ ਕੋਈ ਲੈਕਚਰ ਹੁੰਦਾ, ਕਿਉਂਕਿ ਸਰਵੇ ਜਿਹੜਾ ਵਾ ਮੇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਹੈਗਾ, ਸਰਵੇ ਆਉਣਾ ਵਾ ਤੇ ਫਿਰ ਹੀ ਸਿਵਲ ਇੰਜੀਨੀਅਰਿੰਗ ਆ। ਕਿਉਂਕਿ ਸਿਵਲ ਇੰਜੀਨੀਅਰਿੰਗ ਦਾ ਪਹਿਲਾ ਹੀ ਜਿਹੜਾ ਲੈਸਨ ਆ ਉਹ ਸਰਵੇ ਹੀ ਆ। ਜੇ ਸਰਵੇ ਹੋਊਗਾ ਤੇ ਫਿਰ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਵਾ, ਤੇ ਜੇ ਸਰਵੇ ਕਰ ਲਿਆ, ਪ੍ਰੋਜੈਕਟ ਬਣ ਗਿਆ ਤੇ ਪ੍ਰੋਜੈਕਟ ਨੂੰ ਲੋਕੇਟ ਕਰਾਉਣਾ ਵਾ, ਤੇ ਬਾਅਦ ਚ ਵੀ ਸਰਵੇ ਵਾਲਾ ਹੀ ਮਤਲਬ ਜਿਹੜਾ ਆਉਂਦਾ ਵਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਨਹੀਂ ਕੁਐਸਚਨ ਆਪੇ, ਥੈਂਕ ਯੂ। ਥੈਂਕ ਯੂ ਰਣਜੀਤ ਜੀ। ਥੈਂਕ ਯੂ ਸਰ। ਥੈਂਕ ਯੂ ਨਾਸਰ ਸਾਹਿਬ ਜੁਆਇਨ ਕਰਨ ਲਈ, ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਜੀ।